ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੈਲੀਵਿਜ਼ਨ, ਪੰਜਾਬੀਆਂ ਦਾ ਇੰਟਰਨੈਸ਼ਨਲ ਚੈਨਲ। ਮਨਜੀਤ ਸਿੰਘ ਫਿਰਮਨ ਵੱਲੋਂ ਆਪ ਸਭਨਾਂ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਆਪ ਜੀ ਦਾ ਸਵਾਗਤ ਹੈ। ਹਰ ਹਫਤੇ ਦੀ ਤਰ੍ਹਾਂ ਪ੍ਰੋਗਰਾਮ ਜਿਸ ਵਿੱਚ ਅਸੀਂ ਵੱਖ-ਵੱਖ ਰਾਜਨੀਤਿਕ ਮੁੱਦਿਆਂ ਉੱਪਰ ਗੱਲਬਾਤ ਕਰਦੇ ਹਾਂ, ਚਾਹੇ ਉਹ ਰਾਸ਼ਟਰੀ ਪੱਧਰ ਦੇ ਹੋਣ, ਚਾਹੇ ਉਹ ਅੰਤਰਰਾਸ਼ਟਰੀ ਪੱਧਰ ਦੇ। ਇਸ ਪ੍ਰੋਗਰਾਮ ਵਿੱਚ ਮੇਰਾ ਸਾਥ ਦੇਣ ਲਈ ਸਰਦਾਰ ਗੁਰਿੰਦਰ ਸਿੰਘ ਜੀ ਪਹੁੰਚ ਚੁੱਕੇ ਹਨ। ਆਓ ਜੀ ਇਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਭਾਜੀ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਆ ਇੱਕ ਸਕਾਰਾਤਮਕ ਖਬਰ, ਪੋਜ਼ੀਟਿਵ ਨਿਊਜ਼ ਦੇ ਨਾਲ ਕਰਦੇ ਹਾਂ ਜੀ। ਹੈਲਥ ਕੈਨੇਡਾ ਜਿਹੜੀ ਕਿ ਗਵਰਨਮੈਂਟ ਆਫ ਕੈਨੇਡਾ ਦੀ ਅਫੀਸ਼ੀਅਲ ਬੋਡੀ ਹੈ, ਹਾਂਜੀ, ਜਿਹੜਾ ਵੱਖ-ਵੱਖ ਵੈਕਸੀਨਸ ਨੂੰ ਇਵੈਲੂਏਟ ਕਰਦੀ ਆ, ਅਸੈਸਮੈਂਟ ਕਰਦੀ ਆ, ਉਹਨਾਂ ਵੱਲੋਂ ਚੌਥੀ ਵੈਕਸੀਨ ਜਿਹੜੀ ਆ ਜੀ ਉਹ ਅਪਰੂਵ ਕਰ ਦਿੱਤੀ ਗਈ ਆ, ਜੌਨਸਨ ਐਂਡ ਜੌਨਸਨ। ਬਿਲਕੁਲ ਜੀ, ਵਨ ਸ਼ਾਟ ਵੈਕਸੀਨ ਆ ਜੀ। ਹਾਂਜੀ, ਸੋ ਇਸ ਖਬਰ ਨੂੰ ਕਿਵੇਂ ਦੇਖਦੇ ਹੋ ਤੁਸੀਂ? ਬਿਨਾਂ ਸ਼ੱਕ ਜੀ, ਕਿਉਂਕਿ ਕੋਵਿਡ ਦੀ ਮਹਾਮਾਰੀ ਨੂੰ 1 ਸਾਲ ਤੋਂ ਵੱਧ ਹੋ ਚੁੱਕਿਆ ਜੀ, ਔਰ ਸਾਰੀ ਦੁਨੀਆ ਇਸ 'ਤੇ ਜਿਹੜਾ ਖਮਿਆਜਾ ਭੁਗਤ ਰਹੀ ਹੈ, ਅਤੇ ਸਾਰੀ ਦੁਨੀਆ ਦਾ ਜ਼ੋਰ ਇਸ ਪਾਸੇ ਲੱਗਾ ਕਿ ਕਿਸੇ ਤਰ੍ਹਾਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਵੈਕਸੀਨੇਸ਼ਨ ਜਿਹੜੀ ਹੈ ਲੋਕਾਂ ਨੂੰ ਲੱਗੇ। ਬਿਲਕੁਲ। ਅਤੇ ਜਿਹੜੀ ਆਮ ਜ਼ਿੰਦਗੀ ਹੈ ਉਹ ਆਮ ਵਾਂਗ ਚੱਲਣੀ ਸ਼ੁਰੂ ਹੋ ਜਾਏ ਜੀ। ਸੋ ਅਸੀਂ ਜਾਣਦੇ ਕੈਨੇਡਾ ਦੇ ਵਿੱਚ ਸਭ ਤੋਂ ਪਹਿਲਾਂ 2 ਵੈਕਸੀਨ ਜਿਹੜੀਆਂ, ਕਿਉਂਕਿ ਜਿਨ੍ਹਾਂ ਨੂੰ ਪਹਿਲਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਅਪਰੂਵ ਕੀਤਾ, ਜਿਨ੍ਹਾਂ ਦੇ ਵਿੱਚ ਮੋਡਰਨਾ ਅਤੇ ਫਾਈਜ਼ਰ ਸਨ ਜੀ। ਉਸ ਤੋਂ ਬਾਅਦ ਐਸਟਰਾਜ਼ੈਨੇਕਾ, ਅਤੇ ਹੁਣ ਜਿਹੜੀ ਹੈ ਜੌਨਸਨ ਐਂਡ ਜੌਨਸਨ ਦੀ ਆਪਣੇ ਵੈਕਸੀਨ ਅਪਰੂਵ ਹੋਈ ਹੈ ਜੀ। ਹਰ ਇੱਕ ਮੁਲਕ ਦੀ ਖਵਾਹਿਸ਼ ਇਹ ਹੈ, ਔਰ ਕੈਨੇਡਾ ਦਾ ਖਾਸ ਕਰਕੇ ਜ਼ਿਕਰ ਇਸ ਕਰਕੇ ਥੋੜ੍ਹਾ ਜਿਹਾ, ਕਿਉਂਕਿ ਪਿੱਛੇ ਜੇ ਇੰਜ ਲੱਗਿਆ ਸੀ ਕਿ ਸ਼ਾਇਦ ਕੈਨੇਡਾ ਕਾਫੀ ਪਿੱਛੇ ਹੈ, ਖਾਸ ਕਰਕੇ ਜਿਹੜੇ ਵਿਕਸਿਤ ਮੁਲਕ ਨੇ ਉਹਨਾਂ ਦੀ ਕਤਾਰ ਦੇ ਵਿੱਚ ਕੈਨੇਡਾ ਆਉਂਦਾ ਹੈ। ਅਤੇ ਵਿਕਸਿਤ ਮੁਲਕਾਂ ਦੇ ਵਿੱਚ ਅਗਰ ਜਿਹੜੀ ਵੈਕਸੀਨੇਸ਼ਨ ਕਰਨ ਦੀ ਜਿਹੜੀ ਦਰ ਹੈ, ਜਿਹੜਾ ਰੇਟ ਹੈ, ਉਹ ਠੀਕ ਨਾ ਹੋਵੇ ਤਾਂ ਫਿਰ ਉਹ 'ਤੇ ਸਵਾਲੀਆ ਚਿੰਨ੍ਹ ਜ਼ਰੂਰ ਲੱਗਦਾ ਜੀ। ਅਤੇ ਉਸ ਕਰਕੇ ਸ਼ਾਇਦ ਸਾਡੇ ਮੁਲਕ ਦੀ ਜਿਹੜੀ ਸਰਕਾਰ ਹੈ ਥੋੜ੍ਹੇ ਜਿਹੇ ਪ੍ਰੈਸ਼ਰ ਥੱਲੇ ਵੀ ਹੈ। ਅਤੇ ਮੈਨੂੰ ਲੱਗਦਾ ਹੈ ਕਿ ਇਹ ਇੱਕ ਬੜੀ ਚੰਗੀ ਖਬਰ ਹੈ ਸਮੁੱਚੇ ਕੈਨੇਡੀਅਨਾਂ ਲਈ ਅਤੇ ਕੈਨੇਡੀਅਨ ਸਰਕਾਰ ਲਈ ਵੀ। ਅਤੇ ਉਮੀਦ ਕਰਦੇ ਹਾਂ ਕਿ ਇਹਦੇ ਨਾਲ ਜਿਹੜੀ ਜ਼ਿੰਦਗੀ ਹੈ ਆਮ ਵਾਂਗ ਹੋਣ ਦੇ ਜਿਹੜੇ ਆਪਣੇ ਸਟੈਪ ਅੱਗੇ ਚੱਲਣਗੇ ਜੀ। ਜੀ ਵਾਕਈ ਜੀ, ਇਹ ਬੜੀ ਇੱਕ ਰਾਹਤ ਭਰੀ ਖਬਰ ਆ। ਬਿਲਕੁਲ ਜੀ। ਜਿਹੜੇ ਕੈਨੇਡਾ ਦੇ ਚੀਫ ਮੈਡੀਕਲ ਐਡਵਾਈਜ਼ਰ ਨੇ ਜੀ ਹੈਲਥ ਕੈਨੇਡਾ ਦੇ, ਡਾਕਟਰ ਸੁਪ੍ਰਿਆ ਸ਼ਰਮਾ, ਹਾਂਜੀ, ਉਹਨਾਂ ਨੇ ਦੱਸਿਆ ਕਿ ਇਹ ਜਿਹੜੀ ਨਵੀਂ ਵੈਕਸੀਨ ਨੂੰ ਅਪਰੂਵਲ ਮਿਲ ਗਈ ਆ। ਵੈਸੇ ਤਾਂ ਨਵੰਬਰ ਦੇ ਮਹੀਨੇ ਦੇ ਵਿੱਚ ਹੀ ਇਹ ਐਪਲੀਕੇਸ਼ਨ ਆ ਚੁੱਕੀ ਸੀਗੀ ਹੈਲਥ ਕੈਨੇਡਾ ਦੇ ਕੋਲ। ਬਿਲਕੁਲ। ਅਤੇ ਅੱਜ ਸ਼ੁੱਕਰਵਾਰ ਨੂੰ ਹੀ ਇਹਨੂੰ ਅਪਰੂਵਲ ਦਿੱਤੀ ਗਈ ਹੈ। ਹਾਂਜੀ। ਉਹਨਾਂ ਦੱਸਿਆ ਕਿ ਇਸ ਨੂੰ ਸਾਂਭ ਸੰਭਾਲ ਕਰਨਾ, ਇਹਦਾ ਭੰਡਾਰੀਕਰਨ ਕਰਨਾ ਕੰਪੈਰੀਟਿਵਲੀ ਆਸਾਨ ਆ, ਈਜ਼ੀ। 2 ਤੋਂ 8 ਡਿਗਰੀ ਸੈਲਸੀਅਸ ਜਿਹੜਾ ਤਾਪਮਾਨ ਜਿਹੜਾ ਹੈ ਉਹ ਚਾਹੀਦਾ ਹੈ ਇਸ ਨੂੰ ਸਾਂਭ ਸੰਭਾਲ ਦੇ ਲਈ। ਬਿਲਕੁਲ। ਸੋ ਕੰਪੈਰੀਟਿਵ ਟੂ ਜਿਵੇਂ ਮੋਡਰਨਾ ਕਹਿ ਲਓ ਜਾਂ ਫਾਈਜ਼ਰ ਕਹਿ ਲਓ, ਇਹ ਕਾਫੀ ਆਸਾਨ ਹੋਏਗਾ। ਬਿਲਕੁਲ ਜੀ। ਇਹ ਦੁਨੀਆ ਦੇ ਬਹੁਤ ਸਾਰੇ ਮਾਹਰ ਜਿਹੜੇ ਨੇ ਇਸ ਨੂੰ ਗੇਮ ਚੇਂਜਰ ਕਹਿ ਰਹੇ ਨੇ ਜੀ। ਉਹ ਗੇਮ ਚੇਂਜਰ ਇਸੇ ਕਰਕੇ ਕਹਿ ਰਹੇ ਨੇ, ਜਿਵੇਂ ਤੁਸੀਂ ਦੱਸਿਆ ਕਿ ਕੋਈ ਜਿਹੜੀਆਂ ਪਹਿਲਾਂ ਫਾਈਜ਼ਰ ਅਤੇ ਮੋਡਰਨਾ ਨੇ ਜੀ, ਉਹਨਾਂ ਦੋਨਾਂ ਨੂੰ ਸਟੋਰੇਜ ਜਿਹੜੀ ਹੈ ਉਹਨਾਂ ਦੀ ਬਿਲਕੁਲ ਬਿਲੋ -20 ਦੇ ਆਸ-ਪਾਸ ਹੈ। ਬਿਲਕੁਲ। ਉਹਨਾਂ ਦੀ ਹੈਂਡਲਿੰਗ ਜਿਹੜੀ ਹੈ ਉਹ ਹੋਰ ਵੀ ਫਿਰ ਕੰਪਲੀਕੇਟਡ ਹੋ ਜਾਂਦੀ। ਉਹ ਸਾਰੇ ਜਿਹੜੇ ਲੌਜਿਸਟੀਕਲ ਆਪਣੇ ਜਿਹੜੇ ਸਟੈਪ ਨੇ ਉਹ ਕੰਪਲੀਕੇਟਡ ਹੋ ਜਾਂਦੇ ਨੇ ਜੀ। ਲੇਕਿਨ ਜਿਵੇਂ ਤੁਸੀਂ ਦੱਸਿਆ ਕਿ +8 ਦੇ ਆਪਣੇ ਤਾਪਮਾਨ 'ਤੇ ਜਿਹੜੀ ਆਪਣੇ ਹੈ ਜੌਨਸਨ ਦੀ ਵੈਕਸੀਨ, ਇਹਨੂੰ ਸਟੋਰ ਕੀਤਾ ਜਾ ਸਕਦਾ ਹੈ। ਔਰ ਦੂਸਰੀ ਜਿਹੜੀ ਵੱਡੀ ਗੱਲ ਹੈ ਕਿ 1 ਡੋਜ਼, ਕਿਉਂਕਿ ਜਿਹੜੀਆਂ ਫਾਈਜ਼ਰ ਅਤੇ ਆਪਣੇ ਮੋਡਰਨਾ ਦੀ ਵੈਕਸੀਨ ਨੇ ਉਸ ਦੀਆਂ 2 ਡੋਜ਼ ਲੱਗ ਰਹੀਆਂ ਨੇ। ਇਹਦੇ ਵਿੱਚ ਵੀ ਮੇਰਾ ਖਿਆਲ ਹੈ ਪਹਿਲਾਂ ਜਦੋਂ ਕੈਨੇਡਾ ਦੇ ਵਿੱਚ ਆਪਣੀ ਜਿਹੜੀ ਵੈਕਸੀਨ ਲੱਗਣੀ ਸ਼ੁਰੂ ਹੋਈ ਹੈ, ਆਪਣੇ ਹੈਲਥ ਦੇ ਜਿਹੜੇ ਪ੍ਰੋਫੈਸ਼ਨਲ ਸਨ ਉਹਨਾਂ ਨੂੰ ਲੱਗੀ ਹੈ। ਪਹਿਲਾਂ ਇਹ ਕਿਹਾ ਗਿਆ ਸੀ ਕਿ ਜਿਹੜੀ ਦੂਸਰੀ ਡੋਜ਼ ਹੈ ਉਹ ਤਕਰੀਬਨ 1 ਮਹੀਨੇ ਦੇ ਬਾਅਦ ਲੱਗਣੀ ਜ਼ਰੂਰੀ ਹੈ, 3 ਤੋਂ 4 ਹਫ਼ਤੇ ਦਾ। ਹੁਣ ਹਾਂਜੀ, ਹੁਣ ਉਸ ਨੂੰ ਤਕਰੀਬਨ ਇਹ ਕਹਿੰਦੇ ਨੇ ਕਿ ਅਗਰ 2 ਤੋਂ 3 ਮਹੀਨੇ ਦੇ ਵਿੱਚ ਵੀ ਲੱਗ ਜਾਂਦੀ ਹੈ ਤਾਂ ਕੋਈ ਵੱਡੀ ਗੱਲ ਨਹੀਂ। ਬਿਲਕੁਲ। ਸੋ ਰਿਲੈਕਸੇਸ਼ਨ ਆ ਰਹੀਆਂ ਨੇ, ਨਵੀਆਂ ਵੈਕਸੀਨ ਆ ਰਹੀਆਂ ਨੇ। ਸੋ ਕੁੱਲ ਮਿਲਾ ਕੇ ਮੈਂ ਕਹਿ ਸਕਦਾ ਕਿ ਇੱਕ ਚੰਗੀ ਖਬਰ ਹੈ ਜੀ। ਬਿਲਕੁਲ ਭਾਜੀ। ਜਿਹੜੀ ਅਲਬਰਟਾ ਸਰਕਾਰ ਆ ਉਹਦੇ ਵੱਲੋਂ ਵੀ ਡਿਕਲੇਅਰ ਕੀਤਾ ਗਿਆ ਕਿ ਸਾਡਾ ਜਿਹੜਾ ਫੋਕਸ ਆ ਫਿਲਹਾਲ ਫਸਟ ਵੈਕਸੀਨੇਸ਼ਨ, ਫਸਟ ਡੋਜ਼ ਵੱਲ ਆ। ਸੈਕਿੰਡ ਡੋਜ਼ ਦੇ ਲਈ ਅਸੀਂ ਸਮਾਂ ਜਿਹੜਾ ਵਾ ਲਵਾਂਗੇ, ਔਰ ਇਸੇ ਗਤੀ ਦੇ ਨਾਲ ਅਗਰ ਇਹ ਵੈਕਸੀਨੇਸ਼ਨ ਹੁੰਦੀ ਰਹੀ ਤਾਂ ਬਾਏ ਦੀ ਐਂਡ ਆਫ ਜੂਨ ਉਹਨਾਂ ਨੇ ਦਾਅਵਾ ਕੀਤਾ ਕਿ ਸਾਰੇ ਅਲਬਰਟਨਸ ਨੂੰ ਫਸਟ ਡੋਜ਼ ਜਿਹੜੀ ਆ ਉਹ ਦਿੱਤੀ ਜਾ ਸਕਦੀ ਹੈ। ਬਿਲਕੁਲ ਜੀ, ਬਿਨਾਂ ਸ਼ੱਕ। ਔਰ ਮੇਰਾ ਖਿਆਲ ਆ ਤਕਰੀਬਨ ਕੱਲ੍ਹ ਦੀ ਖਬਰ ਹੈ ਜੀ ਕਿ ਓਨਟਾਰੀਓ ਦੇ ਵਿੱਚ ਆਪਣੀ ਜਿਹੜੀਆਂ ਰਿਸਟ੍ਰਿਕਸ਼ਨਸ ਨੇ ਉਹਨਾਂ ਦੇ ਵਿੱਚ ਫਰਦਰ
ਫਰਦਰ ਜਿਹੜੀ ਰਿਲੈਕਸੇਸ਼ਨ ਕੁਛ ਸਮੁੱਚੇ ontario ਦੀ ਗੱਲ ਨਹੀਂ ਹੈ ਜੀ, ਪੀਲ ਰਿਜ ਦੇ ਕੁਛ ਏਰੀਏ, ਟੋਰਾਂਟੋ ਦੇ ਕੁਝ ਏਰੀਆ ਦੇ ਵਿੱਚ ਉਹਨਾਂ ਨੇ ਥੋੜ੍ਹੀ ਜਿਹੀ ਰਿਲੈਕਸੇਸ਼ਨ ਜਿਹੜੀ ਹੈ ਉਹ ਹੋਰ ਕੀਤੀ ਹੈ। ਸੋ ਇਹ ਸਾਰਾ ਕਿਉਂਕਿ ਵੈਕਸੀਨ ਆ ਰਹੀਆਂ ਨੇ ਤਾਂ ਇਹਦੇ ਕਰਕੇ ਥੋੜ੍ਹੀ ਜਿਹੀ ਜਿਹੜੀ ਪੋਜ਼ੀਟਿਵ ਜਨਰੇਟ ਹੋ ਰਹੀ ਹੈ, ਬੜੀ ਇਹ ਜਿਹੜੀ ਕਿ ਚੰਗੀ ਗੱਲ ਹੈ ਜੀ। ਇੱਕ ਹੋਰ ਚੰਗੀ ਗੱਲ ਹੈ ਕਿ ਜਿਹੜੀ ਸਪਲਾਈ ਹੈ ਜੀ, ਹਾਂਜੀ, ਉਹ ਜਿੰਨੀ ਇਹਨਾਂ ਦੇ ਐਸਟੀਮੇਟ ਸੀਗਾ, ਇਹਨਾਂ ਦਾ ਸੀਗਾ ਐਸਟੀਮੇਟ ਕਿ ਪਹਿਲੀ ਜਿਹੜੀ ਕੁਆਟਰ ਆ 6 ਮਿਲੀਅਨ ਡੋਜ਼ਸ ਹੋ ਜਾਏਗੀ। ਸੋ ਹੁਣ 8 ਮਿਲੀਅਨ ਡੋਜ਼ਸ ਇਹਨਾਂ ਦਾ ਟਾਰਗੇਟ ਪੂਰਾ ਹੁੰਦਾ ਦਿਖਦਾ। ਇਹ ਵੀ ਇੱਕ ਚੰਗੀ ਖਬਰ ਹੈ। ਬਿਲਕੁਲ ਜੀ, ਬਿਨਾਂ ਸ਼ੱਕ ਜਦੋਂ ਤੁਹਾਡੀਆਂ ਆਪਸ਼ਨਸ ਜਿਹੜੀਆਂ ਨੇ ਉਹ ਵੱਧ ਜਾਂਦੀਆਂ ਨੇ ਜੀ, ਤੇ ਫਿਰ ਓਬਵੀਅਸਲੀ ਜਿਹੜੀ ਤੁਹਾਡੀ ਸਪਲਾਈ ਹੈ ਉਹ ਫਿਰ ਥੋੜ੍ਹੀ ਜਿਹੀ ਉਹ 'ਚ ਆਸਾਨੀ ਹੁੰਦੀ ਹੈ। ਬਿਲਕੁਲ ਜੀ, ਆਸ ਕਰਦੇ ਹਾਂ ਕਿ ਫਟਾਫਟ ਜਿਹੜੀਆਂ ਸਪਲਾਈਜ਼ ਨੇ ਉਹ ਮੇਨਟੇਨ ਹੋਣ ਔਰ ਸਾਡੇ ਜਿਹੜੇ ਕੈਨੇਡੀਅਨਸ ਨੇ, ਅਲਬਰਟਨਸ ਨੇ, ਉਹਨਾਂ ਨੂੰ ਵੈਕਸੀਨੇਸ਼ਨ ਮਿਲੇ ਔਰ ਬੈਕ ਟੂ ਨਾਰਮਲ ਅਸੀਂ ਲਾਈਫ ਜਿਹੜੀ ਆ ਉਹ ਜੀ ਸਕੀਏ। ਬਿਲਕੁਲ ਜੀ, ਸਮੁੱਚੀ ਦੁਨੀਆ ਇਸ ਚੀਜ਼ ਦੀ ਉਮੀਦ ਕਰ ਰਹੀ ਹੈ ਜੀ ਕਿ ਜਿਹੜੇ ਹਾਲਾਤ ਨੇ ਉਹ ਆਮ ਵਾਂਗ ਹੋਣ, ਕਿਉਂਕਿ ਕਾਫੀ ਲੰਬਾ ਸਮਾਂ, ਇੱਕ ਵਰ੍ਹੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਔਰ ਇਹ ਜਿਹੜਾ ਲੋਕਡਾਊਨ ਹੈ ਜਾਂ ਇਹ ਜਿਹੜੀਆਂ ਰਿਸਟ੍ਰਿਕਸ਼ਨਸ ਨੇ ਇਹਨਾਂ ਨੇ ਹਰ ਇਨਸਾਨ ਦੀ ਜ਼ਿੰਦਗੀ 'ਤੇ ਜਿਹੜਾ ਕਾਫੀ ਅਸਰ ਪਾਇਆ ਜੀ। ਸਮਾਲ ਬਿਜ਼ਨਸ ਦੀ ਗੱਲ ਕਰ ਲਓ, ਬੱਚਿਆਂ ਦੀ ਪੜ੍ਹਾਈ ਦੀ ਗੱਲ ਕਰ ਲਓ, ਇਸ ਦੇ ਨਾਲ ਕਾਫੀ ਸਾਰਾ ਦੁਨੀਆ ਦੇ ਉੱਤੇ ਇਸ ਦਾ ਪ੍ਰਭਾਵ ਹੈ ਜੀ। ਦੂਜੀ ਖਬਰ ਜਿਹੜੀ ਹੈ ਜੀ, ਅਸੀਂ ਅਮਰੀਕਾ ਨਾਲ ਸੰਬੰਧਿਤ ਡਿਸਕਸ ਕਰਦੇ ਹਾਂ। ਅਮਰੀਕਾ ਜਿਹੜਾ ਕਿ ਆਪਣੇ ਆਪ ਨੂੰ ਮਨੁੱਖੀ ਅਧਿਕਾਰਾਂ ਦਾ ਚੈਂਪੀਅਨ ਕਹਿੰਦਾ ਜੀ, ਹਾਂਜੀ, ਵਾਚ ਡੌਗ ਕਹਿੰਦਾ। ਬਿਲਕੁਲ ਜੀ, ਵੱਖ-ਵੱਖ ਦੇਸ਼ਾਂ ਉੱਪਰ ਉਹ ਕਮੈਂਟ ਵੀ ਕਰਦਾ, ਉਹਨਾਂ ਤੇ ਰਿਸਟ੍ਰਿਕਸ਼ਨਸ ਵੀ ਲਗਾਉਂਦਾ ਅਗਰ ਉਹ ਹਿਊਮਨ ਰਾਈਟਸ ਦੀ ਪਰਵਾਹ ਨਹੀਂ ਕਰਦੇ। ਬਿਲਕੁਲ ਜੀ, ਇੰਟਰਫੀਅਰ ਕਰਦਾ ਹੈ ਜੀ। ਪਰ ਜਦੋਂ ਗੱਲ ਸਾਊਦੀ ਅਰੇਬੀਆ ਦੀ ਆਉਂਦੀ ਹੈ ਤਾਂ ਇਹਨਾਂ ਦੇ ਜਿਹੜੇ ਸਟੈਂਡਰਡਸ ਨੇ ਉਹ ਚੇਂਜ ਕਿਉਂ ਹੋ ਜਾਂਦੇ ਜੀ? ਦੇਖੋ ਜੀ, ਗੱਲ ਇਹ ਹੈ ਕਿ ਇਹ ਗੱਲ ਠੀਕ ਹੈ ਕਿ ਖਾਸ ਕਰ ਵੈਸੇ ਤਾਂ ਹਰ ਮੁਲਕ ਦੀ ਜਿਹੜੀ ਆਪਣੀ ਇੱਕ ਡਿਪਲੋਮੇਸੀ ਹੁੰਦੀ ਹੈ ਜੀ, ਉਹਨਾਂ ਦੀਆਂ ਇੱਕ ਆਪਣਾ ਜਿਹੜਾ ਉਹਨਾਂ ਦਾ ਜਿਹੜਾ ਆਪਰੇਟ ਕਰਨ ਦਾ ਤਰੀਕਾ ਹੁੰਦਾ ਹੈ। ਲੇਕਿਨ ਕੁਝ ਗੱਲਾਂ ਜਿਹੜੀਆਂ ਨੇ ਜਦੋਂ ਉਹ ਕਿਸੇ ਇੱਕ ਹੱਦ ਨੂੰ ਪਾਰ ਕਰਦੀਆਂ ਨੇ ਤੇ ਫਿਰ ਦੁਨੀਆ ਦੇ ਨੋਟਿਸ ਦੇ ਵਿੱਚ ਆਉਂਦੀਆਂ ਨੇ। ਬਿਲਕੁਲ, ਇਹ ਖਬਰ ਜਿਹੜੀ ਹੈ ਤਕਰੀਬਨ 2018 ਦੀ ਗੱਲ ਹੈ। ਮੇਰੇ ਖਿਆਲ ਸਾਡੇ ਕਾਫੀ ਸਾਰੇ ਜਿਹੜੇ ਵੇਖਣ ਵਾਲੇ ਵਿਊਅਰਸ ਨੇ ਉਹ ਇਸ ਖਬਰ ਬਾਰੇ ਜਾਣੂ ਹੋਣਗੇ ਕਿ ਜਮਾਲ ਖਸ਼ੋਗੀ ਨਾਂ ਦੇ ਇੱਕ ਆਪਣੇ ਜਰਨਲਿਸਟ ਸਨ ਜੋ ਕਿ ਓਰੀਜਨਲੀ ਸਾਊਦੀ ਤੋਂ ਹੀ ਸਨ ਔਰ ਸਾਊਦੀ ਜਿਹੜਾ ਪ੍ਰਿੰਸ ਦੀ ਫੈਮਿਲੀ ਹੈ ਜਿਹਦੇ ਵਿੱਚ ਆਪਣੇ ਕਰਾਊਨ ਪ੍ਰਿੰਸ ਨੇ ਜਿਹੜੇ ਸਲਮਾਨ ਤੇ ਉਹਨਾਂ ਦੇ ਫਾਦਰ ਜਿਹੜੇ ਕਿੰਗ ਨੇ ਉਹਨਾਂ ਦੇ ਕਾਫੀ ਨਜ਼ਦੀਕੀ ਸਨ। ਉਹਨਾਂ ਦੇ ਐਡਵਾਈਜ਼ਰ ਵੀ ਰਹੇ ਨੇ, ਉਹਨਾਂ ਦੇ ਐਡਵਾਈਜ਼ਰ ਰਹੇ ਨੇ। ਲੇਕਿਨ ਕੁਝ ਕਾਰਨਾਂ ਕਰਕੇ ਉਹਨਾਂ ਦੇ ਵਿੱਚ ਆਪਸੀ ਕੁਝ ਮਤਭੇਦ ਪੈਦਾ ਹੋਏ ਤੇ ਉਹ ਜਰਨਲਿਸਟ ਸਨ, ਉੱਥੋਂ ਮੂਵ ਹੋ ਕੇ ਇੰਗਲੈਂਡ ਚਲੇ ਗਏ। ਇੰਗਲੈਂਡ ਦੇ ਵਿੱਚ ਵੀ ਕੁਝ ਲਿਖਿਆ, ਉਸ ਤੋਂ ਬਾਅਦ ਉਹ ਅਮਰੀਕਾ ਦੇ ਵਿੱਚ ਆ ਗਏ ਔਰ ਅਮਰੀਕਾ ਦੇ ਨਿਊਜ਼ਪੇਪਰਾਂ ਲਈ ਵੀ ਉਹਨਾਂ ਨੇ ਕੁਝ ਲਿਖਿਆ। ਲੇਕਿਨ ਉਹਨਾਂ ਦੀਆਂ ਜਿਹੜੀਆਂ ਲਿਖਤਾਂ ਸਨ ਉਹ ਲਿਖਤਾਂ ਮੋਸਟਲੀ ਜਿਹੜਾ ਸਾਊਦੀ ਰਾਜ ਘਰਾਣਾ ਹੈ ਜਾਂ ਸਾਊਦੀ ਸਰਕਾਰ ਹੈ ਉਸ ਦੇ ਖਿਲਾਫ ਉਹਨਾਂ ਨੇ ਕਾਫੀ ਕੁਝ ਲਿਖਿਆ। ਪੋਲਾਂ ਖੋਲ੍ਹਣ ਲੱਗ ਪਏ। ਉਸ ਤੋਂ ਬਾਅਦ ਨੈਚੁਰਲੀ ਕੋਈ ਵੀ ਸਰਕਾਰ ਇਹ ਨਹੀਂ ਚਾਹੁੰਦੀ, ਸਾਨੂੰ ਪਤਾ ਇੰਡੀਆ ਦੇ ਵਿੱਚ ਕੀ ਹੋ ਰਿਹਾ, ਜਦੋਂ ਸਰਕਾਰ ਦੇ ਖਿਲਾਫ ਕੋਈ ਮੂੰਹ ਖੋਲਦਾ ਹੈ ਤੇ ਫਿਰ ਵੱਖ-ਵੱਖ ਇਹ ਅਸੀਂ ਸਾਰੇ ਜਾਣਦੇ ਹਾਂ ਔਰ ਇਹ ਨਹੀਂ ਇਕੱਲਾ ਹਰ ਮੁਲਕ ਦੀ ਸਰਕਾਰ ਇਹ ਕਰਦੀ ਹੈ। ਬਿਲਕੁਲ। ਲੇਕਿਨ ਜਦੋਂ ਤੁਸੀਂ ਇੱਕ ਹੱਦ ਤੋਂ ਜਾਂਦੇ ਆ, ਇਹਨੂੰ ਮੈਂ ਥੋੜ੍ਹੀ ਜਿਹੀ ਸੰਖੇਪ ਦੇ ਵਿੱਚ ਕਰਾਂ ਕਿ 2018 ਦੇ ਵਿੱਚ ਜਮਾਲ ਖਸ਼ੋਗੀ ਹੋਣਾ ਨੇ ਕੁਝ ਆਪਣੇ ਜਿਹੜੇ ਉਹਨਾਂ ਦਾ ਮੇਰੇ ਖਿਆਲ ਉਹਨੇ ਦੁਬਾਰਾ ਸ਼ਾਦੀ ਕਰਵਾਉਣੀ ਸੀ, ਉਹਦੇ ਕਰਕੇ ਕੁਝ ਉਹਨਾਂ ਨੂੰ ਪੇਪਰ ਅਪਡੇਟ ਕਰਾਉਣੇ ਸਨ ਤੇ ਉਹਨਾਂ ਨੂੰ ਕੁਝ ਨਾ ਕੁਝ ਡਾਕੂਮੈਂਟ ਚਾਹੀਦੇ ਸਨ ਸਾਊਦੀ ਦੀ ਗਵਰਨਮੈਂਟ ਤੋਂ। ਸਾਊਦੀ ਅਰੇਬੀਆ ਉਹ ਜਾ ਨਹੀਂ ਸਕਦੇ ਸਨ। ਕਿਸੇ ਤਰ੍ਹਾਂ ਉਹ ਟਰਕੀ ਦੇ ਵਿੱਚ ਜੋ ਇਸਤਾਂਬੁਲ ਸ਼ਹਿਰ ਹੈ ਬਹੁਤ ਵੱਡਾ ਟਰਕੀ ਦਾ, ਉੱਥੇ ਜੋ ਸਾਊਦੀ ਕੌਂਸਲੇਟ ਹੈ ਉੱਥੇ ਉਹ ਗਏ। ਉੱਥੇ ਉਹਨਾਂ ਨੇ ਪੇਪਰ ਆਪਣੇ ਠੀਕ ਕਰਨ ਦਿੱਤੇ ਔਰ ਉਹਨਾਂ ਨੇ ਕਿਹਾ ਜੀ ਕਿ ਤੁਸੀਂ ਦੁਬਾਰਾ ਆ ਕੇ ਪੇਪਰ ਲੈ ਜਾਓ, ਅੱਜ ਤਿਆਰ ਨਹੀਂ ਹੋਣੇ। ਇਨ ਦਾ ਮੀਨ ਟਾਈਮ ਉਹਨਾਂ ਨੇ ਸਾਊਦੀ ਸਰਕਾਰ ਨੂੰ ਇਨਫੋਰਮ ਕਰਤਾ ਕਿ ਜਿਸ ਬੰਦੇ ਨੂੰ ਤੁਸੀਂ ਲੱਭਦੇ ਹੋ ਉਹ ਬੰਦਾ ਸਾਡੇ ਕੋਲ ਹੈ। ਖੈਰ ਮੁੱਕਦੀ ਗੱਲ ਇਹ ਹੈ ਕਿ 2018 ਦੇ ਵਿੱਚ ਜੋ ਘਟਨਾ ਵਾਪਰੀ, ਜਮਾਲ ਖਸ਼ੋਗੀ ਸਾਊਦੀ ਦੀ ਜਿਹੜੀ ਕੌਂਸਲੇਟ ਹੈ ਜਿਹੜੀ ਇਸਤਾਂਬੁਲ ਦੇ ਵਿੱਚ ਹੈ ਉਹਦੇ ਜਾਂਦਿਆਂ ਉਹ ਦਿਖਾਈ ਦਿੰਦੇ ਨੇ ਅੰਦਰ, ਲੇਕਿਨ ਉਹ ਬਾਹਰ ਨਹੀਂ ਆਏ। ਅੱਛਾ ਜੀ। ਔਰ ਹੁਣ ਤੱਕ ਦੁਨੀਆ ਦੀਆਂ ਵੱਖ-ਵੱਖ ਏਜੰਸੀਆਂ ਜਿਹੜੀਆਂ ਨੇ, ਕੁਝ ਲੋਕਾਂ ਨੇ ਤਾਂ ਉਸ ਵੇਲੇ ਬੜਾ ਓਪਨਲੀ ਕਹਿ ਦਿੱਤਾ ਸੀ ਕਿ ਜਿਹੜੇ ਸਾਊਦੀ ਦੇ ਕਰਾਊਨ ਪ੍ਰਿੰਸ ਨੇ ਸਲਮਾਨ, ਉਹਨਾਂ ਦੇ ਕਰਕੇ ਉਹਨਾਂ ਨੇ ਜਾਨ ਉਹਨਾਂ ਨੂੰ ਗਵਾਉਣੀ ਪਈ ਹੈ। ਔਰ ਫਿਰ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕਰਨ ਵਾਲੀਆਂ ਏਜੰਸੀਆਂ, ਵੱਖ-ਵੱਖ ਸਰੋਤ, ਉਹਨਾਂ ਤੋਂ ਇਹ ਸਾਬਤ ਹੋ ਗਿਆ ਕਿ ਇਹ ਉਹਨਾਂ ਦਾ ਹੀ ਕਾਰਨਾਮਾ ਹੈ। ਲੇਕਿਨ ਗੱਲ ਅਸੀਂ ਕਰ ਰਹੇ ਸੀ USA ਦੀ ਕਿ ਕਿਸ ਤਰ੍ਹਾਂ ਡਬਲ ਸਟੈਂਡਰਡ ਨੇ। ਹੁਣ ਸਾਊਦੀ ਅਰੇਬੀਆ ਇੱਕ ਵਾਹਦ ਮੁਲਕ ਹੈ ਦੁਨੀਆ ਦੇ ਵਿੱਚ, ਕਿਉਂਕਿ ਇਸਲਾਮਿਕ ਮੁਲਕ ਜਿਹੜੇ ਨੇ ਬਹੁਤੇ ਉਹਨਾਂ ਨਾਲ ਅਮਰੀਕਾ ਦੇ ਸੰਬੰਧ ਕੋਈ ਸੁਖਾਵੇਂ ਨੇ, ਲੇਕਿਨ ਸਾਊਦੀ ਦੇ ਨਾਲ ਕਾਫੀ ਸੁਖਾਵੇਂ ਨੇ। ਤੇ ਮੈਂ ਦੱਸ ਦਿਆਂ ਕਿ ਸਾਡੇ ਮੋਦੀ ਸਾਹਿਬ ਦੀ ਵੀ ਬੜੀ ਫਰੈਂਡਸ਼ਿਪ ਹੈ ਸਲਮਾਨ ਉਹਨਾਂ ਦੇ ਨਾਲ, ਕਿਉਂਕਿ ਟਰੰਪ ਸਾਹਿਬ ਨਾਲ ਵੀ ਸੀ ਨਾ, ਕਿਉਂਕਿ ਟਰੰਪ ਸਾਹਿਬ ਨੇ ਬਹੁਤ। ਹਾਂਜੀ ਹਾਂਜੀ ਬਿਲਕੁਲ। ਲੇਕਿਨ ਸਾਊਦੀ ਅਰੇਬੀਆ ਦੁਨੀਆ ਦੇ ਵਿੱਚ ਜਿਹੜਾ 15 ਤੋਂ 20% ਤੇਲ ਦਾ ਸਰੋਤ ਹੈ ਸਾਊਦੀ ਅਰੇਬੀਆ ਦੇ ਕੋਲ ਨੇ। ਬਿਜ਼ਨਸ ਬਹੁਤ ਵੱਡਾ ਹੈ, ਪੈਸੇ ਦੀ ਗੱਲ ਹੈ, ਵਪਾਰਿਕ
ਉਹਨਾਂ ਦੀ ਜਿਹੜੀ ਸਾਂਝ ਹੈ ਦੁਨੀਆ ਦੇ ਵੱਡੇ ਮੁਲਕਾਂ ਦੇ ਨਾਲ ਹੈ ਜੀ। ਸੋ ਇਸ ਕਰਕੇ ਇਹ ਠੀਕ ਹੈ ਕਿ ਟਰੰਪ ਨੇ ਤੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਜਦੋਂ ਉਹਨਾਂ ਨੂੰ ਇੱਕ ਦੋ ਵਾਰੀ ਇੰਟਰਨੈਸ਼ਨਲ ਲੈਵਲ ਤੇ ਮੀਡੀਆ ਵੱਲੋਂ ਕੁਐਸਚਨ ਕੀਤਾ ਗਿਆ ਕਿ ਸਲਮਾਨ ਆਪਣੇ ਜਿਹੜੇ ਨੇ ਜਿਹੜੇ ਕਰਾਊਨ ਪ੍ਰਿੰਸ ਨੇ ਸਾਊਦੀ, ਉਹਨਾਂ ਤੇ ਇਸ ਤਰ੍ਹਾਂ ਦੇ ਇਲਜ਼ਾਮ ਨਹੀਂ, ਉਹਨਾਂ ਨੇ ਕਿਹਾ ਕਿ ਉਹਨਾਂ ਦਾ ਨਾਮ ਹੀ ਆ ਚੁੱਕਾ, ਲੇਕਿਨ ਉਹਨਾਂ ਨੇ ਟੋਟਲੀ ਉਸ ਤੇ ਕੋਈ ਜਵਾਬ ਨਹੀਂ ਦਿੱਤਾ। ਲੇਕਿਨ ਜੋ ਬਾਈਡਨ ਦੇ ਆਉਣ ਤੋਂ ਪਹਿਲਾਂ ਕੁਝ ਉਮੀਦਾਂ ਸਨ ਕਿ ਸ਼ਾਇਦ ਉਹ ਕੁਝ ਐਕਸ਼ਨ ਲੈਣ, ਕਿਉਂਕਿ ਅਮਰੀਕਾ ਦੀਆਂ ਜਿਹੜੀਆਂ ਇਨਵੈਸਟੀਗੇਸ਼ਨ ਵਾਲੀਆਂ ਏਜੰਸੀਜ਼ ਨੇ ਉਹਨਾਂ ਨੇ ਇਹ ਗੱਲ ਮੰਨ ਲਈ ਹੈ ਕਿ ਆਪਣੇ ਕਰਾਊਨ ਪ੍ਰਿੰਸ ਦੀ ਇਨਵੋਲਵਮੈਂਟ ਇਹਦੇ ਵਿੱਚ ਸਿੱਧੀ ਹੈ। ਬਿਲਕੁਲ। ਲੇਕਿਨ ਇਹ ਮੰਨਣ ਤੋਂ ਬਾਵਜੂਦ ਵੀ ਅਮਰੀਕਨ ਸਰਕਾਰ ਜਿਹੜੀ ਹੈ ਓਪਨਲੀ ਇਹ ਗੱਲ ਕਹਿ ਰਹੀ ਹੈ ਕਿ ਸਾਊਦੀ ਦੇ ਨਾਲ ਸਾਡੇ ਸੰਬੰਧ ਇਸ ਤਰ੍ਹਾਂ ਦੇ ਨੇ, ਅਸੀਂ ਇਸ ਤੋਂ ਵੱਧ ਹੋਰ ਕੁਝ ਨਹੀਂ ਕਰ ਸਕਦੇ। ਠੀਕ ਹੈ ਜੀ। ਸੋ ਮੈਂ ਸਿਰਫ ਇਹ ਗੱਲ ਦਾ ਜ਼ਿਕਰ ਜਾਂ ਡਿਟੇਲ ਇਸ ਕਰਕੇ ਸਾਂਝੀ ਕੀਤੀ ਹੈ ਕਿ ਦੁਨੀਆ ਦੇ ਵਿੱਚ ਜਿਹੜੀ ਤਬਦੀਲੀ ਆਈ ਹੈ ਕੁਝ ਸਮੇਂ ਤੋਂ, ਜਿਹੜੀਆਂ ਮਾਈਨੋਰਟੀਜ਼ ਨੇ, ਜਿਹੜੀਆਂ ਘੱਟ ਗਿਣਤੀਆਂ ਨੇ, ਉਹਨਾਂ ਤੇ ਦਬਾਅ ਬਣ ਰਿਹਾ ਹੈ ਜੀ, ਭਾਵੇਂ ਅਮਰੀਕਾ ਦੇ ਵਿੱਚ ਹੋਵੇ, ਭਾਵੇਂ ਇੰਡੀਆ ਦੇ ਵਿੱਚ ਹੋਵੇ, ਭਾਵੇਂ ਦੁਨੀਆ ਦੇ ਹੋਰ ਮੁਲਕਾਂ ਦੇ ਵਿੱਚ ਹੋਵੇ। ਲੇਕਿਨ ਉਮੀਦ ਕੀਤੀ ਜਾਂਦੀ ਹੈ ਉਹਨਾਂ ਕੰਟਰੀਆਂ ਤੋਂ ਕਿ ਮਾਈਨੋਰਟੀਜ਼ ਜਾਂ ਜਿਹੜੀਆਂ ਘੱਟ ਜਾਂ ਜਿਹੜੇ ਦੱਬੇ ਲੋਕ ਨੇ ਜਾਂ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ, ਉਹ ਫਿਰ ਉਸ ਮੁਲਕ ਵੱਲ, ਉਸ ਤਾਕਤ ਵੱਲ ਦੇਖਦੇ ਨੇ ਜਿਹੜੀ ਦੁਨੀਆ ਦੇ ਵਿੱਚ ਉਹਨਾਂ ਨੂੰ ਕੋਈ ਸਾਥ ਦੇ ਸਕਦੀ ਹੈ। ਬਿਲਕੁਲ। ਲੇਕਿਨ ਅਗਰ ਅਮਰੀਕਾ ਵਰਗਾ ਕੰਟਰੀ ਜਿਹੜਾ ਵਰਲਡ ਦੀ ਸੁਪਰ ਪਾਵਰ ਹੈ, ਜਿਹੜਾ ਆਮ ਤੌਰ 'ਤੇ ਆਪਣੇ ਆਪ ਨੂੰ ਇਹ ਕਲੇਮ ਹੀ ਕਰਦਾ ਹੈ ਕਿ ਅਸੀਂ ਜੀ ਦੁਨੀਆ ਦੇ ਵਿੱਚ ਡੈਮੋਕ੍ਰੈਟਿਕ ਵੈਲਿਊ ਬਹਾਲ ਕਰਨ ਲਈ ਆਪਣੇ ਯਤਨ ਕਰਦੇ ਹਾਂ, ਲੇਕਿਨ ਅਗਰ ਉਹ ਇਸ ਤਰ੍ਹਾਂ ਦੇ ਫੈਸਲੇ ਲੈਂਦੇ ਨੇ ਕਿ ਉਹਨਾਂ ਲਈ ਇਕਨੋਮਿਕ ਆਸਪੈਕਟ ਇੰਨਾ ਜ਼ਰੂਰੀ ਹੈ ਕਿ ਇੱਕ ਕਾਤਲ ਵਿਅਕਤੀ ਦੇ ਨੂੰ ਦੇਖ ਕੇ ਉਹਦੇ ਬਾਰੇ ਸਭ ਕੁਝ ਜਾਣਦੇ ਹੋਏ ਅੱਖਾਂ ਬੰਦ ਕਰਦੇ ਰਹੇ, ਤੇ ਫਿਰ ਮਾਈਨੋਰਟੀ ਜਿਹੜੀ ਨੇ ਉਹ ਕਿੰਨੀ ਕੁ ਉਮੀਦ ਕਰ ਸਕਦੇ। ਮੈਂ ਥੋੜ੍ਹਾ ਜਿਹਾ ਹੋਰ ਤੁਹਾਨੂੰ ਇਸ ਕੇਸ ਦੀ ਥੋੜ੍ਹੀ ਜਿਹੀ ਡਿਟੇਲ ਦੇ ਦੇਣਾ ਜੀ। ਇਹ ਜਮਾਲ ਖਸ਼ੋਗੀ ਜੀ ਉਹੀ ਨੇ ਜਿਨ੍ਹਾਂ ਨੇ ਟੌਪ ਮੋਸਟ ਜਿਹੜੀਆਂ ਹਾਈ ਪ੍ਰੋਫਾਈਲ ਸਟੋਰੀ ਸੀਗੀਆਂ ਉਹ ਵੀ ਕਵਰ ਕੀਤੀਆਂ ਸੀ, ਜਿਵੇਂ ਸੋਵੀਅਤ ਨੇ ਇਨਵੇਜਨ ਕੀਤਾ ਸੀ ਅਫਗਾਨਿਸਤਾਨ ਦਾ। ਬਿਲਕੁਲ ਜੀ। ਮਿਡਲ ਈਸਟ ਤੇ ਜਿਹੜੇ ਜਿੰਨੇ ਵੀ ਕਨਫਲਿਕਟ ਨੇ, ਜਿਹਦੇ ਵਿੱਚ ਅਫਗਾਨਿਸਤਾਨ ਰਸ਼ੀਆ ਦੀ ਗੱਲ ਹੋਵੇ, ਬਿਲਕੁਲ, ਜਾਂ ਅਮਰੀਕਾ ਦੇ ਸੰਬੰਧਾਂ ਦੀ ਗੱਲ ਹੋਵੇ, ਅਲ-ਕਾਇਦਾ ਦੀ ਗੱਲ ਹੋਵੇ, ਹਾਂਜੀ, ਅਲ-ਕਾਇਦਾ ਦੀ ਗੱਲ ਹੋਵੇ, ਇਸ ਤੇ ਉਹਨਾਂ ਨੂੰ ਕਾਫੀ ਮੁਹਾਰਤ ਹਾਸਲ ਸੀ, ਇੱਕ ਨਾਮਵਰ ਜਰਨਲਿਸਟ ਸਨ। ਲੇਕਿਨ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਜਾਂ ਉਹਨਾਂ ਦਾ ਕਤਲ ਕੀਤਾ ਗਿਆ ਹੈ, ਜਿਹਨੂੰ ਅਸੀਂ ਕਹਿੰਦੇ ਕਿ ਕੋਰਾ ਚਿੱਟਾ ਜਿਹੜਾ ਇੱਕ ਜਿਹੜਾ ਜ਼ੁਰਮ ਹੈ ਜੀ, ਉਹ ਕੀਤਾ ਗਿਆ ਹੈ। ਬਿਲਕੁਲ ਜੀ। ਇਸ ਤੋਂ ਇਲਾਵਾ 2-4 ਹੋਰ ਵੀ ਖਬਰਾਂ ਨੇ ਜੀ ਕਿ ਭਾਰਤ ਸਰਕਾਰ ਦੇ ਸਬੰਧ ਵਿੱਚ ਇੱਕ ਇੰਟਰਨੈਸ਼ਨਲ ਰਿਪੋਰਟ ਆਈ ਹੈ। ਹਾਂਜੀ। ਨਾਲ ਦੇ ਨਾਲ ਕਿਸਾਨੀ ਅੰਦੋਲਨ ਦੀ ਕੀ ਅਪਡੇਟ ਆ, ਇਸ ਬਾਰੇ ਵੀ ਗੱਲ ਕਰਾਂਗੇ, ਪਰ ਬ੍ਰੇਕ ਦਾ ਸਮਾਂ ਹੋ ਗਿਆ, ਬ੍ਰੇਕ ਲੈਂਦੇ ਆ। ਔਰ ਤੁਸੀਂ ਦੇਖਦੇ ਰਹਿਣਾ ਜੀ ਪ੍ਰੋਗਰਾਮ ਐਡਮਿੰਟਨ ਡਾਇਰੀ। ਬ੍ਰੇਕ ਤੋਂ ਬਾਅਦ ਅਸੀਂ ਗੱਲਬਾਤ ਨੂੰ ਜਾਰੀ ਰੱਖਾਂਗੇ ਜੀ। ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਬ੍ਰੇਕ ਤੋਂ ਬਾਅਦ ਇੱਕ ਵਾਰ ਆਪ ਜੀ ਦਾ ਫਿਰ ਤੋਂ ਸਵਾਗਤ ਹੈ ਜੀ। ਸਾਡੀ ਗੱਲਬਾਤ ਚੱਲ ਰਹੀ ਸੀ ਸਰਦਾਰ ਗੁਰਿੰਦਰ ਸਿੰਘ ਜੀ ਦੇ ਨਾਲ। ਭਾਜੀ ਅਸੀਂ ਕੈਨੇਡੀਅਨ ਵੈਕਸੀਨੇਸ਼ਨ ਦੀ ਗੱਲਬਾਤ ਕਰ ਚੁੱਕੇ ਹਾਂ। ਹਾਂਜੀ। ਨਾਲ ਦੇ ਨਾਲ ਅਮਰੀਕਾ ਦੀ ਜਿਹੜੀ ਦੋਗਲੀ ਨੀਤੀ ਆ ਸਾਊਦੀ ਅਰੇਬੀਆ ਨੂੰ ਲੈ ਕੇ, ਉਹ ਵੀ ਗੱਲਬਾਤ ਕਰ ਲਈ ਅਸੀਂ। ਹੁਣ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ ਭਾਰਤ ਬਾਰੇ। ਬਿਲਕੁਲ ਜੀ। ਸੁਣਨ ਵਿੱਚ ਆਇਆ ਵਾ ਕਿ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਭਾਰਤ ਦੀ ਜਿਹੜੀ ਮੌਜੂਦਾ ਸਰਕਾਰ ਆ ਉਹਨੇ ਮੋਢੇ ਉੱਪਰ ਕੁਝ ਹੋਰ ਫਿੱਤੀਆਂ ਲਾ ਲਈਆਂ ਜੀ। ਬਹੁਤ ਤਰੱਕੀ ਹੋ ਰਹੀ ਹੈ ਜੀ। ਤਰੱਕੀ ਹੋ ਰਹੀ ਆ, ਪਰ ਕਿੱਧਰ ਨੂੰ ਹੋ ਰਹੀ ਆ, ਇਹ ਖਬਰ ਦਾ ਖੁਲਾਸਾ ਆਪਾਂ ਕਰਦੇ ਹਾਂ। ਇਸ ਬਾਬਤ ਕੁਝ ਡਿਟੇਲਸ ਵੀ ਸਾਂਝੀਆਂ ਕਰ ਲੈਂਦੇ ਹਾਂ ਜੀ। ਹਾਂਜੀ। ਅਮਰੀਕਾ ਦੀ ਇੱਕ ਏਜੰਸੀ ਹੈ ਜੀ, ਦੀ ਡੈਮੋਕ੍ਰੈਟਿਕ ਰਿਸਰਚ ਇੰਸਟੀਚਿਊਟ, ਹਾਂਜੀ, ਉਹਦੇ ਵੱਲੋਂ ਹਰ ਸਾਲ ਇੱਕ ਰਿਪੋਰਟ ਪੇਸ਼ ਕੀਤੀ ਜਾਂਦੀ ਹੈ। ਬਿਲਕੁਲ। ਸੋ ਬੀਤੇ ਬੁੱਧਵਾਰ ਉਹਨਾਂ ਨੇ ਰਿਪੋਰਟ ਪੇਸ਼ ਕੀਤੀ, ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਭਾਰਤ ਜਿਹੜਾ ਹੈ ਉਹ ਫ੍ਰੀ ਤੋਂ ਹੁਣ ਪਾਰਟਲੀ ਫ੍ਰੀ ਕੈਟਾਗਰੀ ਦੇ ਵਿੱਚ ਤਬਦੀਲ ਹੋ ਚੁੱਕਿਆ। ਠੀਕ ਹੈ ਜੀ। ਇਹ ਵੀ ਖੁਲਾਸਾ ਕੀਤਾ ਗਿਆ ਕਿ ਦੁਨੀਆ ਦੀ ਜਿਹੜੀ ਲਾਰਜੈਸਟ ਡੈਮੋਕ੍ਰੇਸੀ ਆ ਭਾਰਤ, ਹਾਂਜੀ, ਕਿਉਂਕਿ ਜਨਸੰਖਿਆ ਦੇ ਹਿਸਾਬ ਨਾਲ ਸਭ ਤੋਂ ਵੱਡਾ ਲੋਕਤੰਤਰ ਹੈ ਜੀ, ਬਿਨਾਂ ਸ਼ੱਕ। ਹਾਂਜੀ। ਸੋ ਉਸ ਦਾ ਜਿਹੜਾ ਇੱਕ ਨਿਗਾਰ ਆ ਉਹ ਤੁਰ ਪਿਆ ਵਾ ਜੀ ਇੱਕ ਤਾਨਾਸ਼ਾਹੀ ਸਰਕਾਰ ਦੇ ਵੱਲੋਂ। ਕਈ ਚੀਜ਼ਾਂ ਨੂੰ ਉਹਨਾਂ ਨਾਲ ਨੱਥੀ ਵੀ ਕੀਤਾ ਵੀ ਕਿਹੜੇ ਕਾਰਨ ਨੇ। ਬਿਲਕੁਲ ਜੀ। ਸੋ ਇਹ ਜਿਹੜੀ ਨਵੀਂ ਅਚੀਵਮੈਂਟ ਆ, ਵੈਸੇ ਅਚੀਵਮੈਂਟਸ ਕਾਫੀ ਨੇ ਜਦੋਂ ਦੇ ਮੋਦੀ ਸਾਹਿਬ ਆਏ ਨੇ। ਹਾਂਜੀ। ਔਰ ਜੋ ਕਹਿੰਦੇ ਸੀ ਵੀ 70 ਸਾਲ ਦੇ ਵਿੱਚ ਨਹੀਂ ਹੋਇਆ, ਉਹ ਹੁਣ ਉਹਨਾਂ ਨੇ ਕਰ ਦਿਖਾਇਆ ਜੀ। ਬਿਨਾਂ ਸ਼ੱਕ ਜੀ, ਕਿਉਂਕਿ ਡੈਮੋਕ੍ਰੈਟਿਕ ਵੈਲਿਊਜ਼ ਦਾ ਇੰਡੈਕਸ ਇਹਨੂੰ ਕਹਿ ਲਓ ਜੀ, ਇੱਕ ਮਾਪਦੰਡ ਹੈ। ਇਹ ਇੰਸਟੀਚਿਊਟ ਜਿਹੜੀ ਹੈ ਇਹ ਹਰ ਸਾਲ ਆਪਣੇ ਅੰਕੜੇ ਇਕੱਠੇ ਕਰਕੇ ਵੱਖ-ਵੱਖ ਜਿਹੜੇ ਤਰੀਕੇ ਨੇ ਉਹਨਾਂ ਦੇ, ਜਿਹਦੇ ਵਿੱਚ ਹਿਊਮਨ ਰਾਈਟਸ, ਜਿਹਦੇ ਵਿੱਚ ਪ੍ਰੈਸ ਦੀ ਫਰੀਡਮ ਹੈ, ਜਿਹਦੇ ਵਿੱਚ ਇੰਟਰਨੈਟ ਦੀ ਫਰੀਡਮ ਹੈ, ਜਿਹਦੇ ਵਿੱਚ ਪੋਲੀਟੀਕਲ ਰਾਈਟਸ ਨੇ, ਜਿਹੜੇ ਪੋਲੀਟੀਕਲ ਰਾਈਟਸ ਨੇ, ਸਿਵਲ ਲਿਬਰਟੀਜ਼ ਨੇ, ਜਿਹਦੇ ਵਿੱਚ ਮਾਈਨੋਰਟੀ ਗਰੁੱਪਸ ਨੇ ਉਹ ਕਿਸ ਤਰ੍ਹਾਂ ਉਸ ਮੁਲਕ ਦੇ ਵਿੱਚ ਰਹਿ ਰਹੇ ਨੇ। ਇਹ ਸਾਰੀਆਂ ਗੱਲਾਂ ਦਾ ਇੱਕ ਐਨਾਲਿਸਿਸ ਕਰਕੇ ਤਾਂ ਫਿਰ ਉਹ ਕੁਝ ਵੈਲਿਊ ਕੱਢਦੇ ਨੇ ਜੀ। ਇਹਦੇ ਵਿੱਚ ਇਹ ਨਹੀਂ ਕਿ ਇਕੱਲਾ ਇੰਡੀਆ, ਦੁਨੀਆ ਦੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿਹੜਾ ਇੰਡੈਕਸ ਹੈ ਉਹ, ਕਿਉਂਕਿ ਉਹ ਤਾਂ ਸਾਰੀ ਦੁਨੀਆ ਦਾ ਜਿਹੜਾ ਇਹਦਾ ਡਾਟਾ ਇਕੱਤਰ ਕਰਕੇ ਤੇ ਉਹਦੇ ਹਿਸਾਬ ਨਾਲ ਫਿਰ ਉਹਨੂੰ
ਉਸ ਨੂੰ ਇਵੈਲੂਏਟ ਕਰਦੇ ਸਾਰੀ ਦੁਨੀਆ ਦੇ ਵਿੱਚ ਹੀ ਲੋਕਤੰਤਰੀ ਕਦਰਾਂ ਕੀਮਤਾਂ ਦਾ ਘਾਣ ਦਿਖਾਇਆ ਜਾ ਰਿਹਾ ਹੈ ਰਿਪੋਰਟ ਦੇ ਵਿੱਚ। ਈਵਨ ਇੰਡੀਆ ਦਾ ਜਿਵੇਂ ਤੁਸੀਂ ਦੱਸਿਆ, ਈਵਨ USA ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ USA ਦੇ ਵਿੱਚ ਵੀ ਜਿਹੜੇ ਨੰਬਰ ਨੇ ਉਹ ਥੱਲੇ ਗਏ ਨੇ ਜੀ। USA ਦੇ ਵਿੱਚ ਵੀ ਜਿਹੜੀਆਂ ਡੈਮੋਕ੍ਰੈਟਿਕ ਵੈਲਿਊ ਨੇ ਉਹਨਾਂ ਦੇ ਵਿੱਚ ਗਿਰਾਵਟ ਆਈ ਹੈ। ਬਿਲਕੁਲ ਜੀ, ਜਿਵੇਂ ਨਸਲਵਾਦ ਦਾ ਮੁੱਦਾ ਸੀਗਾ, ਜਾਰਜ ਲੋਇਡ ਨੂੰ ਪੁਲਿਸ ਵਾਲਿਆਂ ਵੱਲੋਂ ਕਤਲ ਕਰ ਦਿੱਤਾ ਗਿਆ। ਬਿਲਕੁਲ ਜੀ। ਔਰ ਇੱਥੇ ਤੱਕ ਵੀ ਕਿ ਅਮਰੀਕਾ ਦੇ ਜਿਹੜੇ ਆਪਣੇ ਪੋਲੀਟੀਸ਼ੀਅਨ ਨੇ, ਜਿਹੜੇ ਉਹਨਾਂ ਦੇ ਰਾਜਨੀਤਿਕ ਲੋਕ ਨੇ, ਉਹਨਾਂ ਨੇ ਗੱਲ ਮੰਨੀ ਵੀ ਹੈ ਕਿ ਹਾਂ ਸਾਡੇ ਇਸ ਜਿਹੜੀਆਂ ਡੈਮੋਕ੍ਰੈਟਿਕ ਕਦਰਾਂ ਕੀਮਤਾਂ ਨੇ ਉਹਨਾਂ ਦੇ ਵਿੱਚ ਗਿਰਾਵਟ ਆਈ ਹੈ ਜੀ। ਲੇਕਿਨ ਭਾਰਤ ਦਾ ਵਿਸ਼ਾ ਥੋੜ੍ਹਾ ਜਿਹਾ ਇਸ ਕਰਕੇ ਚਿੰਤਾਜਨਕ ਹੈ ਕਿਉਂਕਿ ਅਸੀਂ ਗ੍ਰੇਡਿੰਗ ਦੀ ਗੱਲ ਕਰਦੇ ਹਾਂ। ਅਸੀਂ ਕਹਿੰਦੇ ਜਿਹਦੇ 80% ਮਾਰਕ ਆਉਂਦੇ ਨੇ ਉਹ ਫਸਟ ਡਿਵੀਜ਼ਨ ਲੈ ਕੇ ਜਾਂ A ਗ੍ਰੇਡ ਲੈ ਕੇ ਪਾਸ ਹੁੰਦਾ ਹੈ। ਜਿਹਦੇ ਫਿਰ 82 ਨੇ ਉਹ ਵੀ A ਵਾਲੇ, ਜਿਹੜੇ 85 ਨੇ ਉਹ ਵੀ A ਵਾਲਾ ਹੀ ਹੈ। ਲੇਕਿਨ ਵਾਲੇ ਉਹ ਵੀ ਠੀਕ ਨੇ, ਚਲੋ। ਲੇਕਿਨ ਜਦੋਂ 78 ਤੇ ਤੁਸੀਂ ਆਉਂਦੇ ਫਿਰ A ਤੋਂ B+ ਹੋ ਜਾਂਦਾ ਜਾਂ B ਹੋ ਜਾਂਦਾ। ਸੋ ਭਾਰਤ ਦਾ ਜਿਹੜਾ ਉਹ ਗ੍ਰੇਡ ਚੇਂਜ ਹੋਇਆ ਜੀ। ਭਾਰਤ ਦੇ ਜਿਹੜੀ ਡੈਮੋਕ੍ਰੈਟਿਕ ਵੈਲਿਊ ਨੇ ਉਹਦੇ ਵਿੱਚ ਜਿਹੜੀ ਗਿਰਾਵਟ ਹੈ ਉਹ ਕਾਫੀ ਆਈ ਹੈ। ਉਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਹੁਤ ਸਾਰੀਆਂ ਗੱਲਾਂ, ਜਿਹਦੇ ਵਿੱਚ ਉਹਨਾਂ ਨੇ ਪ੍ਰੈਸ ਦੀ ਫਰੀडम ਦੀ ਗੱਲ ਕੀਤੀ ਹੈ, ਜਿਹਦੇ ਵਿੱਚ ਉਹਨਾਂ ਨੇ ਸਰਕਾਰ ਦੇ ਖਿਲਾਫ ਜਿਹੜੇ ਲੋਕ ਸਰਕਾਰ ਤੇ ਕੁਐਸਚਨ ਕਰਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਟ੍ਰੀਟ ਕੀਤਾ ਜਾਂਦਾ ਹੈ। ਸਾਡੇ ਸਾਹਮਣੇ ਜਿਹੜਾ ਕਿਸਾਨੀ ਅੰਦੋਲਨ ਹੈ ਉਸ ਦੀ ਮਿਸਾਲ ਹੈ। ਉਸ ਦੇ ਵਿੱਚ ਇੱਕ ਖਾਸ ਜ਼ਿਕਰ ਉਹਨਾਂ ਨੇ ਜਿਹਨਾਂ ਨੇ ਕੁਝ ਚੀਜ਼ਾਂ ਦਾ ਕੀਤਾ ਹੈ ਕਿ ਜਿਸ ਤਰ੍ਹਾਂ ਜਦੋਂ ਕੋਵਿਡ ਦਾ ਦੌਰ ਸ਼ੁਰੂ ਹੋਇਆ ਤੇ ਇੰਡੀਆ ਦੇ ਵਿੱਚ ਅਚਾਨਕ ਲਾਕਡਾਊਨ ਲੱਗਿਆ ਤੇ ਉਸ ਦੇ ਵਿੱਚ ਜਿਹੜਾ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਮਹੀਨਾ ਪਰ ਸੜਕਾਂ ਤੇ ਰੁਲਦੇ ਰਹੇ, ਸਰਕਾਰ ਨੇ ਨਾ ਕੋਈ ਬਿਆਨ ਦਿੱਤਾ ਨਾ ਕੋਈ ਗੱਲ ਕੀਤੀ, ਉਸ ਦਾ ਜ਼ਿਕਰ ਉਹਨੇ ਕੀਤਾ। ਇਹ ਮੈਂ ਤੁਹਾਨੂੰ ਇੱਥੇ ਰੋਕਦਾ ਜੀ। ਮੋਦੀ ਸਾਹਿਬ ਜਿਹੜੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨੇ, ਉਹਨਾਂ ਦੀ ਖਾਸੀਅਤ ਆ ਉਹ ਰਾਤ ਨੂੰ 8 ਵਜੇ ਘੋਸ਼ਣਾ ਕਰਦੇ ਹੁੰਦੇ ਨੇ ਆਲ ਆਫ ਸਡਨ। ਕਦੋਂ ਕਹਿ ਦਿੰਦੇ ਵੀ ਅੱਜ ਤੋਂ ਬਾਅਦ ਪੁਰਾਣੇ ਨੋਟ ਬੰਦ। ਬਿਲਕੁਲ ਜੀ। ਕਦੇ ਕਹਿੰਦੇ ਅੱਜ ਤੋਂ GST ਚਾਲੂ, ਤੇ ਨਾਲ ਦੇ ਨਾਲ ਜਿੱਦਾਂ ਲਾਕਡਾਊਨ ਘੋਸ਼ਿਤ ਕੀਤਾ, ਲੱਖਾਂ ਦੀ ਲੋਕ ਦੇ ਵਿੱਚ ਗਿਣਤੀ ਦੇ ਵਿੱਚ, ਕਰੋੜਾਂ ਦੀ ਗਿਣਤੀ ਦੇ ਵਿੱਚ, ਖਾਸ ਕਰਕੇ ਜਿਹੜਾ ਪ੍ਰਵਾਸੀ ਭਾਈਚਾਰਾ ਸੀਗਾ UP ਤੋਂ, ਬਿਹਾਰ ਤੋਂ, ਪੰਜਾਬ ਦੇ ਵਿੱਚ ਜਾਂ ਹੋਰਨਾਂ ਪ੍ਰਦੇਸ਼ਾਂ ਵਿੱਚ ਜਗ੍ਹਾ ਤੇ ਜੀ, ਸਾਰੇ ਇੰਡੀਆ ਦੇ ਵਿੱਚ, ਕਿਉਂਕਿ ਅਸੀਂ ਜਿਹੜੇ ਜ਼ਿਆਦਾ ਪਾਪੂਲੇਸ਼ਨ ਵਾਲੇ ਪ੍ਰੋਵਿੰਸ, ਅਗਰ ਅਸੀਂ ਬਿਹਾਰ ਦੀ ਗੱਲ ਕਰੀਏ ਜਾਂ ਅਸੀਂ ਉੱਤਰ ਪ੍ਰਦੇਸ਼ ਦੀ ਗੱਲ ਕਰੀਏ, ਬਹੁਤ ਵੱਡੀ ਗਿਣਤੀ ਦੇ ਵਿੱਚ ਬਿਹਾਰ ਦੇ ਲੋਕ ਪੰਜਾਬ ਦੇ ਵਿੱਚ ਵੀ ਆਉਂਦੇ ਨੇ। ਬਹੁਤ ਵੱਡੀ ਗਿਣਤੀ ਦੇ ਵਿੱਚ ਬਿਹਾਰ ਦੇ ਲੋਕ ਦਿੱਲੀ ਵਿੱਚ ਵੀ ਕੰਮ ਕਰਦੇ ਨੇ, ਮਹਾਰਾਸ਼ਟਰ ਵਿੱਚ, ਬੰਬਈ 'ਚ ਜਾਂਦੇ ਨੇ। ਸੋ ਇਹ ਕਿਉਂਕਿ ਭਾਰਤ ਇੰਨਾ ਵੱਡਾ ਮੁਲਕ ਹੈ, ਉੱਥੇ ਹੀ ਚੱਲਦਾ। ਉਸ ਦੇ ਨਾਲ ਮੈਂ ਇੱਕ ਹੋਰ ਜ਼ਿਕਰ ਕਰਨਾ ਚਾਹਾਂਗਾ। ਇੱਕ ਸ਼ਾਇਦ ਤੁਹਾਨੂੰ ਯਾਦ ਹੋਵੇਗਾ ਕਿ ਸ਼ੁਰੂ ਵਿੱਚ ਹੀ ਆਪਣੇ ਮੁਸਲਿਮ ਸਮੁਦਾਇ ਦੇ ਨਾਲ ਇੱਕ ਜਮਾਤ ਦਾ ਨਾਮ ਹੈ ਤਬਲੀਗੀ ਜਮਾਤ। ਉਹਨਾਂ ਦਾ ਇੱਕ ਸਮਾਗਮ ਹੋਇਆ ਸੀ ਦਿੱਲੀ ਦੇ ਵਿੱਚ, ਜਿਹਦੇ ਵਿੱਚ ਕੁਝ ਕੇਸ ਫੜੇ ਗਏ ਸਨ। ਔਰ ਉਸ ਵੇਲੇ ਜਿਹੜਾ ਇੰਡੀਆ ਦਾ ਸੋ ਕਾਲਡ ਗੋਦੀ ਮੀਡੀਆ ਤੇ ਪਲੱਸ ਸਰਕਾਰ ਤੇ ਪਲੱਸ ਜਿਹੜੇ ਉਹਨਾਂ ਦੇ ਆਪਣੇ ਜਿਹੜੀ ਮੌਜੂਦਾ ਸਰਕਾਰ ਹੈ, ਉਹਨਾਂ ਦੇ ਆਪਣੇ IT ਸਾਈਡ ਦੇ ਪਲੇਟਫਾਰਮ ਨੇ, ਉਹਨਾਂ ਸਾਰਿਆਂ ਨੇ ਉਸ ਗਰੁੱਪ ਦੀ ਇੰਨੀ ਕੁ ਬਦਨਾਮੀ ਕੀਤੀ, ਇੰਜ ਲੱਗ ਰਿਹਾ ਸੀ ਕਿ ਸ਼ਾਇਦ ਇੰਡੀਆ ਦੇ ਵਿੱਚ ਜਿਹੜਾ ਕਰੋਨਾ ਹੈ ਉਹ ਤਬਲੀਗੀ ਜਮਾਤ ਨੇ ਫੈਲਾਇਆ। ਲੇਕਿਨ ਪਿੱਛੇ ਸਰਕਾਰ ਨੇ ਜਿਹੜਾ ਕੇਸ ਸੀ ਉਹਦੇ ਵਿੱਚ ਇੰਡੀਆ ਦੀ ਸੁਪਰੀਮ ਕੋਰਟ ਨੇ ਗੱਲ ਕੀ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਔਰ ਉਹਨਾਂ ਨੂੰ ਸਿਰਫ ਬਦਨਾਮ ਕੀਤਾ ਗਿਆ। ਸੋ ਇਹੋ ਜਿਹੀਆਂ ਸਾਰੀਆਂ ਗੱਲਾਂ ਦਾ ਨੋਟਿਸ ਇਹ ਜਿਹੜੀ ਏਜੰਸੀ ਹੈ USA ਦੀ, ਉਹਨਾਂ ਨੇ ਲੈ ਕੇ, ਤੇ ਇਸ ਕਰਕੇ ਇੰਡੀਆ ਦੀਆਂ ਜਿਹੜੀਆਂ ਇਹ ਵੈਲਿਊ ਨੇ, ਜਿਹੜਾ ਡੈਮੋਕ੍ਰੇਸੀ ਜਾਂ ਡੈਮੋਕ੍ਰੈਟਿਕ ਇੰਡੈਕਸ ਹੈ, ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਕਿ ਭਾਰਤ ਦੇ ਵਿੱਚ ਇਹਦੇ ਵਿੱਚ ਬਹੁਤ ਵੱਡੀ ਪੱਧਰ ਤੇ ਗਿਰਾਵਟ ਆਈ ਹੈ। ਤੁਸੀਂ ਜਿਵੇਂ ਜ਼ਿਕਰ ਕੀਤਾ ਜੀ ਗੋਦੀ ਮੀਡੀਆ ਦਾ, ਤੇ ਮੈਨੂੰ ਸ਼ੱਕ ਨਹੀਂ, ਯਕੀਨ ਹੈ ਕਿ ਜਿਹੜੀ ਇਹ ਰਿਪੋਰਟ ਆਈ ਹੈ ਜਿਹਦੇ ਵਿੱਚ ਦੱਸਿਆ ਗਿਆ ਕਿ ਭਾਰਤ ਦੀ ਜਿਹੜੀ ਆਜ਼ਾਦੀ ਦੇ ਪੱਖੋਂ ਜਾਂ ਡੈਮੋਕ੍ਰੈਟਿਕ ਕਦਰਾਂ ਕੀਮਤਾਂ ਦੇ ਪੱਖੋਂ ਜਿਹੜੀ ਗਿਰਾਵਟ ਆਈ ਆ, ਉਸ ਦੇ ਕੱਦ ਦੇ ਵਿੱਚ, ਜਿਹੜਾ ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ ਭਾਰਤ ਦਾ ਕੱਦ ਹੁੰਦਾ ਸੀ, ਕਿਉਂਕਿ ਜਿਹੜਾ ਇੱਕ ਆਪਣਾ ਭਾਰਤ ਦੀ ਲੋਕੇਸ਼ਨ ਆ ਨਾ ਜੀ, ਉਹਦੇ ਵਿੱਚ ਚਾਈਨਾ ਨੂੰ ਡੈਟਰ ਕਰਨ ਦੇ ਲਈ ਭਾਰਤ ਨੂੰ ਇੱਕ ਬੜਾ ਵਧੀਆ ਮੁਲਕ ਮੰਨਿਆ ਜਾਂਦਾ ਸੀ ਸ਼ੁਰੂ ਤੋਂ ਹੀ। ਬਿਲਕੁਲ ਜੀ। ਕਿਉਂਕਿ ਲੋਕਤੰਤਰੀ ਕਦਰਾਂ ਕੀਮਤਾਂ ਨੇ। ਚਾਈਨਾ ਆਲਰੇਡੀ ਕਮਿਊਨਿਸਟ ਹੈ। ਬਿਲਕੁਲ। ਤੇ ਮੈਨੂੰ ਲੱਗਦਾ ਵੀ ਕਿਸੇ ਵੀ ਮੀਡੀਆ ਚੈਨਲ, ਖਾਸ ਕਰਕੇ ਜਿਹਨੂੰ ਆਪਾਂ ਗੋਦੀ ਮੀਡੀਆ ਕਹਿ ਦਿੰਦੇ ਹਾਂ, ਉਹਨਾਂ ਨੇ ਇਸ ਰਿਪੋਰਟ ਉੱਪਰ ਕੋਈ ਬਹਿਸ ਨਹੀਂ ਕੀਤੀ ਹੋਣੀ। ਦੇਖੋ ਗੱਲ ਇਹ ਹੈ ਜੀ ਕਿ ਗੋਦੀ ਦਾ ਮਤਲਬ ਆਪਾਂ ਸਾਰੇ ਜਾਣਦੇ ਹੀ ਹਾਂ ਕੀ ਹੋ ਰਿਹਾ, ਕਿਉਂਕਿ ਸਰਕਾਰ ਦੋ ਹੀ ਕੰਮ ਕਰ ਸਕਦੀ ਹੈ। ਜਾਂ ਤੇ ਫਿਰ ਸਰਕਾਰ ਇਹ ਕਹਿ ਸਕਦੀ ਹੈ, ਜਿਵੇਂ ਫਾਰਮਰ ਅੰਦੋਲਨ ਦੇ ਵਿੱਚ ਹੋਇਆ ਕਿ ਗ੍ਰੇਟਾ ਥਨਬਰਗ ਨੇ ਟਵੀਟ ਕੀਤਾ ਜਾਂ ਰਿਹਾਨਾ ਨੇ ਟਵੀਟ ਕੀਤਾ, ਤੇ ਸਰਕਾਰ ਨੇ ਆਪਣਾ ਸਾਰਾ ਜ਼ੋਰ ਲਾ ਕੇ, ਭਾਵੇਂ ਉਹ ਵਿੱਚ ਕ੍ਰਿਕਟ ਦੇ ਪਲੇਅਰ ਹੋਣ, ਭਾਵੇਂ ਕੁਝ ਹੋਰ ਬੁੱਧੀਜੀਵੀ ਹੋਣ, ਜਾਂ ਜਿਹੜੇ ਵੀ ਲੋਕ ਹੋਣ, ਉਹਨਾਂ ਨੂੰ ਕਿਹਾ ਕਿ ਤੁਸੀਂ ਇਹਦੇ ਖਿਲਾਫ, ਜਾਂ ਗੋਦੀ ਮੀਡੀਆ ਨੂੰ ਵੀ ਕਹਿਤਾ ਕਿ ਤੁਸੀਂ ਇਹਦੇ ਖਿਲਾਫ ਸ਼ੁਰੂ ਹੋ ਜਾਓ ਜੀ। ਉਹ ਥੋੜਾ ਕੰਮ ਸੌਖਾ ਹੈ। ਬਿਲਕੁਲ। ਜਾਂ ਕਿਸੇ ਵਿਅਕਤੀ ਨੂੰ ਜਿਹੜਾ ਪਗੜੀ ਵਾਲਾ ਹੈ, ਜਿਹੜਾ ਸਰਦਾਰ ਹੈ, ਉਹਨੂੰ ਖਾਲਿਸਤਾਨੀ ਕਹਿਣਾ ਸੌਖਾ ਹੈ। ਇਹ ਕੰਮ ਉਹ ਬੜੀ ਆਸਾਨੀ ਦੇ ਨਾਲ ਕਰਦੇ ਨੇ ਤੇ ਬੜੇ ਆਰਾਮ ਨਾਲ ਕਰਦੇ ਨੇ। ਲੇਕਿਨ ਇਹ ਜਿਹੜੀ ਰਿਪੋਰਟ ਹੈ, ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਸ਼ਾਇਦ ਬਿਹਤਰ ਇਹ ਸਮਝਿਆ ਕਿ ਇਸ ਨੂੰ ਭੰਡਣ ਦੇ ਨਾਲ
ਇਸ ਦਾ ਰੌਲਾ ਵੱਧ ਪਵੇਗਾ ਜੀ, ਤੇ ਕਿਉਂਕਿ ਇਹਨੂੰ ਡਿਨਾਈ ਕਰਨਾ ਮੁਸ਼ਕਲ ਹੋ ਜਾਵੇਗਾ। ਨਹੀਂ ਤਾਂ ਬੜੇ ਆਰਾਮ ਨਾਲ ਕਹਿ ਸਕਦੇ ਸਨ ਜੀ ਕਿ ਸਾਨੂੰ ਇਹੋ ਜਿਹੀ ਸੰਸਥਾ 'ਤੇ ਯਕੀਨ ਨਹੀਂ, ਕਿਉਂਕਿ ਇਹ ਅਕਸਰ ਹੁੰਦਾ ਹੀ ਰਿਹਾ। ਜੀ ਜੀ। ਸੋ ਲੇਕਿਨ ਮੈਨੂੰ ਲੱਗਦਾ ਹੈ ਕਿ ਜਿਵੇਂ ਤੁਸੀਂ ਦੱਸੀ ਨਾ ਗੱਲ ਜੀ ਕਿ ਇੰਡੀਆ ਜਿਹੜਾ ਸਟ੍ਰੈਟਜੀਕਲੀ ਇੰਡੀਆ ਦੀ ਜਿਹੜੀ ਪੋਜੀਸ਼ਨ ਹੈ ਉਹ ਬਹੁਤ ਚੰਗੀ ਹੋਣੀ ਚਾਹੀਦੀ ਸੀ, ਕਿਉਂਕਿ ਜਿਹੜਾ ਚਾਈਨਾ ਹੈ ਉਹ ਵਰਲਡ ਦੇ ਵਿੱਚ ਅਮਰੀਕਾ ਨੂੰ ਓਪਨਲੀ ਐਜ਼ ਐਨ ਸੁਪਰ ਪਾਵਰ ਆਪਣੀ ਚੈਲੰਜ ਕਰ ਰਿਹਾ ਜੀ। ਤੇ ਇੰਡੀਆ ਬੈਨੀਫਿਟ, ਮੈਂ ਨਹੀਂ ਕਹਿੰਦਾ ਕਿ ਇੰਡੀਆ ਨਹੀਂ ਕਰ ਰਿਹਾ, ਕਰ ਰਿਹਾ ਹੈ, ਲੇਕਿਨ ਅਗਰ ਇੰਡੀਆ ਆਪਣੀ ਸਿਚੁਏਸ਼ਨ ਨੂੰ, ਅਗਰ ਇਹੋ ਜਿਹੀਆਂ ਗੱਲਾਂ ਦਾ ਖਿਆਲ ਤਾਂ ਰੱਖਣਾ ਖੈਰ ਵੱਡੀ ਗੱਲ ਹੈ, ਹੁਣ ਤੇ ਗਿਰਾਵਟ ਆ ਰਹੀ ਹੈ, ਲੇਕਿਨ ਅਗਰ ਧਿਆਨ ਨਹੀਂ ਦਿੱਤਾ ਤਾਂ ਫਿਰ ਸ਼ਾਇਦ ਦੁਨੀਆ ਦਾ ਫੋਕਸ ਕਿਸੇ ਹੋਰ ਪਾਸੇ ਜਾਵੇ। ਇੰਡੀਆ ਦੇ ਕੋਲ ਇਹ ਵੇਲਾ ਸੀ ਇਹਦਾ ਲਾਹਾ ਲੈਣ ਦਾ, ਲੇਕਿਨ ਮੈਨੂੰ ਲੱਗਦਾ ਕਿ ਕਿਸੇ ਕਾਰਨ ਕਰਕੇ ਵੇਲਾ ਖੁੰਝਾ ਰਹੇ ਸੀ। ਭਾਜੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਵੀ ਭਾਰਤ ਦੇ ਵਿੱਚ ਲੋਕਤੰਤਰੀ ਕਦਰਾਂ ਕੀਮਤਾਂ ਜਿਹੜੀਆਂ ਨੇ ਉਹਨਾਂ ਵਿੱਚ ਨਿਘਾਰ ਆ ਰਿਹਾ। 2-3 ਰੀਸੈਂਟ ਘਟਨਾਵਾਂ ਹੋਈਆਂ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ, ਹਾਂਜੀ, ਮੈਨੂੰ ਲੱਗਦਾ ਵੀ ਉਹ ਵੀ ਕਾਫੀ ਹੱਦ ਤੱਕ ਇਹਨਾਂ ਦੇ ਨਾਲ ਸੰਬੰਧਿਤ ਨੇ। ਨੰਬਰ 1, ਜਿਹੜੇ 26 ਜਨਵਰੀ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਬੇਕਸੂਰ ਨਿਰਦੋਸ਼ ਹਾਂਜੀ ਸਿੱਖ ਨੌਜਵਾਨ ਸੀਗੇ, ਈਵਨ ਬਜ਼ੁਰਗ 80 ਸਾਲ ਦੇ ਬਜ਼ੁਰਗ ਜਿਹੜੇ ਨੇ, ਉਹਨਾਂ ਨੂੰ ਅਰੈਸਟ ਕਰ ਲਿਆ ਗਿਆ। ਬਿਲਕੁਲ ਜੀ। ਉਹਨਾਂ ਤੇ ਤਸ਼ੱਦਦ ਕੀਤੇ ਗਏ, ਮਾਰਕੁੱਟ ਕੀਤੀ ਗਈ। ਬਿਲਕੁਲ ਜੀ, ਬਿਲਕੁਲ। ਹੁਣ ਉਹ ਜੇਲ੍ਹ ਤੋਂ ਬਾਅਦ ਆਏ ਨੇ, ਜਿਹੜੇ ਦਿੱਲੀ ਪ੍ਰਬੰਧਕ ਕਮੇਟੀ ਆ, ਹਾਂਜੀ, ਆਪਣੇ ਸਿਰਸਾ ਸਾਹਿਬ, ਉਹਨਾਂ ਨੇ ਬਹੁਤ ਸਰਾਹਨੀय ਰੋਲ ਪਲੇ ਕੀਤਾ ਜੀ। ਬਿਨਾਂ ਸ਼ੱਕ, ਬਿਨਾਂ ਸ਼ੱਕ। ਉਹ ਦੱਸ ਰਹੇ ਨੇ ਜੀ ਕਿ ਬਹੁਤ ਤਸ਼ੱਦਦ ਹੋਇਆ ਸਾਡੇ ਉੱਪਰ, ਬੋਲ ਕਬੋਲ ਵੀ ਹੋਇਆ, ਹੱਡੀਆਂ ਤੋੜ ਦਿੱਤੀਆਂ ਗਈਆਂ, ਪਸਲੀਆਂ ਤੋੜ ਦਿੱਤੀਆਂ ਗਈਆਂ। ਬਿਲਕੁਲ ਜੀ, ਬਿਲਕੁਲ। ਦੂਜੀ ਖਬਰ ਹੈ ਜੀ ਕਿ 25 ਔਰਤਾਂ ਜਿਹੜੀਆਂ ਸੀਗੀਆਂ ਸਿੰਘੂ ਬਾਰਡਰ ਤੋਂ, ਜਿਹੜਾ ਰਕਾਬਗੰਜ ਗੁਰਦੁਆਰਾ ਵਾ, ਉੱਥੇ ਦਰਸ਼ਨ ਕਰਨ ਜਾ ਰਹੀਆਂ ਸੀ ਮੈਟਾਡੋਰ 'ਚ, ਹਾਂਜੀ, ਔਰ ਉਹਨਾਂ ਨੂੰ ਪੁਲਿਸ ਵੱਲੋਂ ਰੋਕ ਲਿਆ ਗਿਆ। ਕਸੂਰ ਕੀ ਦੱਸਿਆ ਗਿਆ ਕਿ ਤੁਸੀਂ ਜੀ ਇੱਥੇ ਕਿਰਸਾਨੀ ਦਾ ਝੰਡਾ ਲਾਇਆ, ਤੁਸੀਂ ਇੱਥੇ ਖਾਲਸੇ ਦਾ ਝੰਡਾ ਲਾਇਆ। ਸੋ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਜੀ। ਉਹਨਾਂ ਵਿੱਚ ਇੱਕ 2 ਸਾਲ ਦੀ ਬੱਚੀ ਵੀ ਸੀ। ਬਿਲਕੁਲ ਜੀ। ਸੋ ਇਹ ਵੀ ਘਟਨਾ ਜਿਹੜੀ ਹੈ ਕਾਫੀ ਮੰਦਭਾਗੀ ਆ, ਔਰ ਜੋ ਇਹ ਰਿਪੋਰਟ ਆਈ ਹੈ ਉਸ ਨੂੰ ਇਹ ਜਸਟੀਫਾਈ ਵੀ ਕਰ ਰਹੀਆਂ ਘਟਨਾਵਾਂ ਜੀ। ਗੱਲ ਇਹ ਮਨਜੀਤ ਸਿੰਘ ਜੀ ਕਿ ਇਹੋ ਜਿਹੀਆਂ ਘਟਨਾਵਾਂ, ਕਿਉਂਕਿ ਜਿਹੜੀਆਂ ਰਿਪੋਰਟ ਹੋ ਰਹੀਆਂ ਘਟਨਾਵਾਂ ਨਾ, ਇਹ ਆਪਾਂ ਉਹਨਾਂ ਗੱਲਾਂ ਦੀ ਕਰ ਰਹੇ ਹਾਂ ਜਿਹੜੀਆਂ ਪਬਲਿਕ ਡੋਮੇਨ ਦੇ ਵਿੱਚ ਆ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚ ਕਿਸੇ ਨਾ ਕਿਸੇ ਨਿਊਜ਼ ਸੋਰਸ ਤੋਂ ਹੀ ਖਬਰ ਆਈ ਹੈ ਜਾਂ ਕਿਸੇ ਸੋਸ਼ਲ ਜਿਹੜੀ ਨੈਟਵਰਕਿੰਗ ਉੱਥੋਂ ਆਈ ਹੈ ਜੀ। ਲੇਕਿਨ ਮੈਂ ਇਹ ਨਹੀਂ ਕਹਿੰਦਾ ਕਿ ਬਤੌਰ ਸਿੱਖ ਹੀ ਉਹਨਾਂ ਦੇ ਨਾਲ ਇਸ ਤਰ੍ਹਾਂ ਕੀਤਾ ਗਿਆ। ਮੇਰੇ ਖਿਆਲ ਤੁਹਾਨੂੰ ਯਾਦ ਹੋਵੇਗਾ ਕਿ ਮਨਦੀਪ ਪੂਨੀਆ ਨਾਲ ਦਾ ਜਰਨਲਿਸਟ ਜਿਹੜਾ ਸੀ ਹਰਿਆਣੇ ਦਾ, ਹਾਂਜੀ, ਉਸ ਮੁੰਡੇ ਦੇ ਨਾਲ ਕਿਸ ਤਰ੍ਹਾਂ ਕੀਤਾ ਗਿਆ, ਸਿਰਫ ਇਸ ਕਰਕੇ ਕਿ ਉਹ ਸਹੀ ਅੰਦੋਲਨ ਦੀ ਖਬਰ ਦੇ ਰਿਹਾ ਸੀ, ਜਾਂ ਜੋ ਉਸ ਵੇਲੇ ਜਿਹੜੀ ਪਿੱਛੇ ਜਿਹੀ ਘਟਨਾ ਹੋਈ ਸਿੰਘੂ ਬਾਰਡਰ 'ਤੇ, ਜਿਸ ਦਿਨ ਇਹ ਕਹਿ ਕੇ ਕਿ ਲੋਕਲ ਬੰਦਿਆਂ ਦੇ ਨਾਲ ਕੁਝ ਉੱਥੇ ਹੋਇਆ, ਲੇਕਿਨ ਜੋ ਸੱਚਾਈ ਉਹਨੇ ਬਿਆਨ ਕਰਨ ਦਾ ਯਤਨ ਕੀਤਾ ਉਹਦਾ ਖਿਮਿਆਜ਼ਾ ਉਹਨੇ ਕੀ ਭੁਗਤਿਆ। ਹਾਂ, ਇਹ ਠੀਕ ਹੈ ਕਿ ਅਗਰ ਜੋ ਇਸ ਵਕਤ ਇੰਡੀਆ ਦੀਆਂ ਜਿਹੜੇ ਉਹਨਾਂ ਦੀਆਂ ਇੰਸਟੀਟਿਊਸ਼ਨਸ ਨੇ, ਜਿਹਦੇ ਵਿੱਚ ਭਾਵੇਂ ਪੁਲਿਸ ਹੋਵੇ, ਭਾਵੇਂ CBI ਹੋਵੇ, ਹੁਣ ਲੇਟਲੀ ਐਗਜ਼ਾਮਪਲ ਤੁਸੀਂ ਲੈ ਲਓ ਕਿ ਜਿਨ੍ਹਾਂ ਲੋਕਾਂ ਨੇ ਫਾਰਮਰਸ ਦੇ ਹੱਕ ਦੇ ਵਿੱਚ ਟਵੀਟ ਕੀਤੇ ਜਾਂ ਗੱਲ ਕੀਤੀ, ਉਹਨਾਂ ਦੇ ਖਿਲਾਫ ਇਨਕਮ ਟੈਕਸ ਦੀ ਰੇਡ ਚੱਲ ਰਹੀ ਹੈ। ਮੈਂ ਵੀ ਤਾਪਸੀ ਪੰਨੂ ਦੀ ਗੱਲ ਕਰਨ ਲੱਗਾ ਸੀਗਾ। ਸੋ ਤਾਪਸੀ ਪੰਨੂ ਦੀ ਗੱਲ ਕਰ ਰਹੇ ਹੋ, ਇੱਕ ਅਨੁਰਾਗ ਕਸ਼ਪ ਹੈ, ਉਹਨਾਂ ਦੀ ਗੱਲ, ਜਾਂ ਕਿਸੇ ਦੀ ਵੀ, ਜਿਹੜਾ ਵੀ ਕਿਸਾਨਾਂ ਦੇ ਹੱਕ 'ਚ ਮੈਨੂੰ ਲੱਗਦਾ ਨਾਮ ਦੀ ਗੱਲ ਬੋਲਣ ਦੀ ਕੋਸ਼ਿਸ਼ ਕਰਦਾ, ਮੈਨੂੰ ਲੱਗਦਾ ਨਾਮ ਲੈਣ ਦੀ ਵੀ ਗੱਲ ਨਹੀਂ। ਦਿਸ਼ਾ ਰਵੀ ਦਾ ਤੁਸੀਂ ਕੇਸ ਦੇਖ ਲਓ, ਕੀ ਨਿਕਲਿਆ ਉਹਦੇ ਵਿੱਚੋਂ, ਹਾਂਜੀ, ਜਾਂ ਕੀ ਨਿਕਲੇਗਾ ਅਸੀਂ ਸਾਰੇ ਜਾਣਦੇ ਹਾਂ। ਟੂਲ ਕਿਟ ਨੂੰ ਇਦਾਂ ਬਣਾਤਾ ਜੀ, ਉਹ ਕੋਈ ਸੀਕ੍ਰੇਟ ਆਫ ਨਿਊਕਲੀਅਰ ਬੰਬ ਰਿਲੀਜ਼ ਕਰਤਾ ਉਹਨੇ। ਬਿਲਕੁਲ, ਹਾਂ, ਪਤਾ ਨਹੀਂ ਕੀ ਹੋਵੇ। ਸੋ ਗੱਲ ਇਹ ਹੈ ਜੀ ਕਿ ਇਹ ਕੁੱਲ ਮਿਲਾ ਕੇ ਸਾਰਾ ਕੁਝ, ਜਿਵੇਂ ਤੁਸੀਂ ਕਿਹਾ ਕਿ ਇਹ ਹੀ ਡੈਮੋਕ੍ਰੈਟਿਕ ਵੈਲਿਊ ਦਾ ਕਾਣ ਹੈ ਜੀ। ਲੇਕਿਨ ਜਿਹੜੀ ਮੌਜੂਦਾ ਸਰਕਾਰ ਹੈ, ਮੈਨੂੰ ਨਹੀਂ ਪਤਾ ਕਿ ਜਿਹੜਾ ਥਿੰਕ ਟੈਂਕ ਹੈ ਜਾਂ ਉਹਨਾਂ ਦੇ ਜਿਹੜੇ ਪਾਲਿਸੀ ਮੇਕਰ ਨੇ, ਉਹਨਾਂ ਨੂੰ ਸ਼ਾਇਦ ਲੱਗ ਰਿਹਾ ਹੋਵੇ ਕਿ ਕੁੱਲ ਮਿਲਾ ਕੇ ਇਹਦੇ ਨਾਲ ਸਾਨੂੰ ਵੋਟਾਂ ਮਿਲਣੀਆਂ ਨੇ, ਜਾਂ ਬਹੁ ਗਿਣਤੀ ਨੂੰ ਅਸੀਂ ਖੁਸ਼ ਕਰ ਰਹੇ ਹਾਂ। ਕਿਉਂਕਿ ਮੈਨੂੰ ਲੱਗਦਾ ਕਿ ਕਿਸੇ ਨੂੰ ਇੰਪ੍ਰੈਸ ਕਰਨ ਦੇ 2 ਹੀ ਤਰੀਕੇ ਹੋ ਸਕਦੇ ਨੇ ਜੀ। ਇੱਕ ਤਰੀਕਾ ਇਹ ਹੈ ਕਿ ਤੁਸੀਂ ਕੋਈ ਚੰਗਾ ਕੰਮ ਕਰੋ ਤੇ ਅਗਲਾ ਇੰਪ੍ਰੈਸ ਹੋਵੇ। ਬਿਲਕੁਲ। ਦੂਜਾ ਤਰੀਕਾ ਸ਼ਾਇਦ ਜਿਹੜਾ ਭਾਰਤ ਦੀ ਸਰਕਾਰ ਨੇ ਫੜ ਲਿਆ ਹੈ ਕਿ ਤੁਸੀਂ ਚੰਗਾ ਕੰਮ ਤਾਂ ਨਹੀਂ ਕਰ ਸਕਦੇ, ਲੇਕਿਨ ਤੁਸੀਂ ਮਾੜਾ ਕੰਮ ਦੂਜੇ ਨਾਲ ਇੰਨਾ ਕਰ ਸਕਦੇ ਹੋ, ਹਾਂਜੀ, ਜਾਂ ਤੁਸੀਂ ਉਹਦੇ ਦੁਸ਼ਮਣ ਦਾ ਇੰਨਾ ਨੁਕਸਾਨ ਕਰ ਸਕਦੇ ਹੋ, ਜਾਂ ਤੁਸੀਂ ਨਫ਼ਰਤ ਇੰਨੀ ਫੈਲਾ ਸਕਦੇ ਹੋ ਤੇ ਜਿਹਦੇ ਨਾਲ ਤੁਹਾਨੂੰ ਕੋਈ ਬੈਨੀਫਿਟ ਹੋਵੇ। ਸ਼ਾਇਦ ਮੈਨੂੰ ਲੱਗਦਾ ਹੈ ਕਿ ਸਾਰਾ ਜੋ ਉਹਨਾਂ ਦਾ ਦਾਰੋਮਦਾਰ ਹੈ ਉਹ ਇਸੇ ਗੱਲ ਤੇ ਚੱਲ ਰਿਹਾ। ਇੱਕ ਕਹਾਵਤ ਨਹੀਂ ਹੁੰਦੀ, ਬਦਨਾਮ ਹੋਏ ਤਾਂ ਕਿਆ ਹੁਆ, ਨਾਮ ਤਾਂ ਹੁਆ। ਬਿਲਕੁਲ ਜੀ। ਸੋ ਮੈਨੂੰ ਲੱਗਦਾ ਵੀ ਭਾਰਤ ਸਰਕਾਰ ਇਹਨਾਂ ਹੀ ਨਕਸ਼ੇ ਕਦਮਾਂ ਤੇ ਚੱਲ ਰਹੇ ਨੇ ਕਿ ਲਗਾਤਾਰ ਕਦੇ ਸਾਡਾ ਪਾਵਰਟੀ ਇੰਡੈਕਸ ਦੇ ਵਿੱਚ ਜਿਹੜਾ ਵਾ ਜੀ ਜਿਹੜਾ ਆਪਣਾ ਗ੍ਰੇਡ ਉਹ ਨੀਚੇ ਜਾ ਰਿਹਾ, ਹਾਂਜੀ, ਕਦੇ ਡੈਮੋਕ੍ਰੈਟਿਕ ਕਦਰਾਂ ਕੀਮਤਾਂ ਦਾ, ਕਦੇ ਪ੍ਰੈਸ ਦੀ ਸੁਤੰਤਰਤਾ ਨੂੰ ਲੈ ਕੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਕਾਰਾਤਮਕ ਨੇ। ਲੇਟਲੀ ਮੈਂ ਖਬਰ ਸੁਣ ਰਿਹਾ ਸੀ ਜੀ
ਬਿਹਾਰ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਆਪਣੇ ਇਨਸੀਡੈਂਟ ਹੋਏ ਨੇ ਆਪਣੇ ਥੋੜ੍ਹੇ ਸਮੇਂ ਦੇ ਵਿੱਚ, ਜਿਨ੍ਹਾਂ ਦੇ ਵਿੱਚ ਕਿਸੇ ਨੂੰ ਅਗਵਾ ਕਰਕੇ ਫਰੌਤੀ ਲੈਣ ਦੀ ਗੱਲ ਹੈ। ਮੇਰੇ ਖਿਆਲ 2 ਮਹੀਨੇ ਦੀ ਗੱਲ ਹੈ ਕਿ 에ਅਰਲਾਈਨ ਦੇ ਮੈਨੇਜਰ ਸਨ, ਪ੍ਰਾਈਵੇਟ 에ਅਰਲਾਈਨ ਦੇ, ਉਹਨਾਂ ਨੂੰ ਪਾਰਕਿੰਗ ਲਾਟ ਦੇ ਵਿੱਚ ਗੋਲੀ ਮਾਰੀ ਗਈ। ਸੋ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਕੁੱਲ ਮਿਲਾ ਕੇ ਕਾਫੀ ਜਿਹੜੀ ਨਿਰਾਸ਼ਾਜਨਕ ਹੈ ਬਿਹਾਰ ਦੇ ਵਿੱਚ, ਚਿੰਤਾਜਨਕ ਹੈ ਜੀ। ਹਾਂ, ਚਿੰਤਾਜਨਕ ਹੈ। ਔਰ ਬਿਹਾਰ ਦੇ ਵਿੱਚ ਜਿਵੇਂ ਅਸੀਂ ਜਾਣਦੇ ਕਿ ਨਿਤੀਸ਼ ਕੁਮਾਰ ਮੁੱਖ ਮੰਤਰੀ ਨੇ, ਲੇਕਿਨ ਬੀਜੇਪੀ ਜਿਹੜੀ ਹੈ ਉਹ ਵੀ ਨਾਲ ਕੋਲੀਸ਼ਨ ਚੱਲ ਰਹੀ ਹੈ। ਤਾਂ ਬੀਜੇਪੀ ਦੇ ਇੱਕ ਮਿਨਿਸਟਰ ਔਰ ਐਮਐਲਏ ਦੋ ਵਿਅਕਤੀ ਜੀ, ਉਹਨਾਂ ਨੇ ਆਲਮੋਸਟ ਓਪਨਲੀ ਉਹਨਾਂ ਨੇ ਕਿਹਾ ਜੀ ਕਿ ਇੱਥੇ ਯੂਪੀ ਸਟਾਈਲ ਕੰਮ ਕਰਨਾ ਚਾਹੀਦਾ ਹੈ। ਜਦੋਂ ਪੱਤਰਕਾਰ ਨੇ ਉਹਨੂੰ ਪ੍ਰੈਸ ਕੀਤਾ ਕਿ ਯੂਪੀ ਸਟਾਈਲ ਦਾ ਕੀ ਮਤਲਬ ਹੈ, ਉਹ ਕਹਿੰਦੇ ਕਿ ਜੋ ਵਿਕਾਸ ਦੁਬੇ ਦੇ ਨਾਲ ਹੋਇਆ, ਗੱਡੀਆਂ ਪਲਟਾਉਣੀਆਂ ਚੱਲਦੀਆਂ ਨੇ। ਤੇ ਸਾਨੂੰ ਮੇਰੇ ਖਿਆਲ ਸਾਰੇ ਜਾਣਦੇ ਨੇ ਕਿ ਵਿਕਾਸ ਦੁਬੇ ਦੇ ਨਾਲ ਕੀ ਹੋਇਆ ਜੀ। ਵਿਕਾਸ ਦੁਬੇ ਇੱਕ ਅਜਿਹਾ ਕ੍ਰਿਮੀਨਲ ਸੀ ਜਿਹਨੇ 8 ਪੁਲਿਸ ਵਾਲਿਆਂ ਨੂੰ ਜਾਨੋਂ ਮਾਰ ਦਿੱਤਾ। ਉਸ ਤੋਂ ਬਾਅਦ ਉਹਨੂੰ ਗ੍ਰਿਫਤਾਰ ਕਰਕੇ ਉਸ ਦਾ ਓਪਨ ਇਨਕਾਊਂਟਰ ਕੀਤਾ ਗਿਆ। ਉਹਨੂੰ ਬਿਲਕੁਲ ਕਿਸੇ ਕਿਸਮ ਦਾ ਲਾਅ ਨਹੀਂ ਫੇਸ ਕੀਤਾ, ਕਿਸੇ ਕਿਸਮ ਦਾ ਇਹ ਯਤਨ ਨਹੀਂ ਕੀਤਾ ਗਿਆ ਕਿ ਉਸ ਤੋਂ ਇਹ ਪਤਾ ਕਰੀਏ ਕਿ ਉਹ ਕਿਉਂ ਜਾਂ ਕਿੰਨੇ ਸਮੇਂ ਤੋਂ ਜਾਂ ਕੀ ਕਰ ਰਿਹਾ ਹੈ ਜੀ। ਤੇ ਸ਼ਾਇਦ ਕਿਸੇ ਨੂੰ ਇਸ ਗੱਲ ਦਾ ਭੁਲੇਖਾ ਹੋਵੇ ਕਿ ਵਿਕਾਸ ਦੁਬੇ ਇੱਕੋ ਹੀ ਸੀ। ਮੈਨੂੰ ਲੱਗਦਾ ਸੈਂਕੜੇ ਜਾਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਅਜੇ ਘੁੰਮ ਰਹੇ ਨੇ। ਲੇਕਿਨ ਸਿਰਫ ਇਹ ਹੈ ਕਿ ਉਹਨਾਂ ਨੇ ਅਜੇ ਤੱਕ ਸਰਕਾਰੀ ਤੰਤਰ ਨੂੰ ਚੈਲੰਜ ਨਹੀਂ ਕੀਤਾ। ਸਰਕਾਰ ਲਈ ਕੰਮ ਕਰ ਰਹੇ ਹੋਣਗੇ, ਕਿਸੇ ਪੋਲੀਟੀਸ਼ੀਅਨ ਲਈ ਕੰਮ ਕਰ ਰਹੇ ਹੋਣਗੇ, ਇਸ ਕਰਕੇ ਕੋਈ ਐਕਸ਼ਨ ਨਹੀਂ ਹੈ। ਬਿਲਕੁਲ। ਸੋ ਨਿਜ਼ਾਮ ਜਿਹੜਾ ਹੈ, ਨਿਜ਼ਾਮ ਦੇ ਵਿੱਚ ਗਿਰਾਵਟ ਹੈ ਜੀ। ਹੁਣ ਆਪਾਂ ਗੱਲ ਕਰ ਲੈਂਦੇ ਜੀ ਕਿਸਾਨੀ ਸੰਘਰਸ਼ ਬਾਰੇ। ਹਾਂਜੀ, 100 ਦਿਨ ਲਗਭਗ ਹੋ ਚੁੱਕੇ ਨੇ, 3 ਮਹੀਨਿਆਂ ਤੋਂ ਵੱਧ ਦਾ ਸਮਾਂ। ਜੇ ਦੂਜੇ ਸ਼ਬਦਾਂ ਵਿੱਚ ਕਹੀਏ ਜੀ, ਇੱਕ ਮੌਸਮ ਬਦਲ ਗਿਆ ਪੂਰਾ। ਹਾਂਜੀ, ਬਿਲਕੁਲ। ਪਹਿਲਾਂ ਆਪਾਂ ਗੱਲ ਕਰਦੇ ਸੀ ਜੀ, ਸਿਆਲ ਆ ਗਿਆ, ਸਿਆਲ ਆ ਗਿਆ, ਬਿਲਕੁਲ ਜੀ, ਰਜਾਈਆਂ ਲੈ ਆਓ। ਹਾਂਜੀ, ਹਨਾ ਜੀ। ਹੁਣ ਗਰਮੀਆਂ ਆ ਗਈਆਂ ਨੇ, ਉੱਥੇ ਪੱਖੇ ਵੀ ਆ ਗਏ ਨੇ, ਏਸੀ ਵੀ ਆ ਗਏ ਨੇ। ਬਿਲਕੁਲ। ਪਰ ਸਰਕਾਰ ਦੇ ਸਿਰ ਤੇ ਕੋਈ ਜੂੰ ਸਰਕਦੀ ਨਜ਼ਰ ਨਹੀਂ ਆ ਰਹੀ। ਦੇਖੋ ਜੀ, ਇੱਕ ਮੈਂ ਹੋਰ ਗੱਲ ਕਰਨੀ ਚਾਹਾਂਗਾ ਇਸ ਸਰਕਾਰ ਦੀ। ਠੀਕ ਹੈ, ਸਰਕਾਰਾਂ ਜਿਹੜੀਆਂ ਉਹ ਵੋਟਾਂ ਲੈ ਕੇ ਬਣਦੀਆਂ ਨੇ ਜੀ, ਵੋਟਾਂ ਲੈਣੀਆਂ ਜ਼ਰੂਰੀ ਨੇ। ਲੇਕਿਨ ਇਹ ਸਰਕਾਰ ਮੈਨੂੰ ਲੱਗਦਾ ਹੈ ਕਿ ਹਫ਼ਤੇ ਦੇ 7 ਦਿਨ, ਸਾਲ ਦੇ 12 ਮਹੀਨੇ ਇਹ ਇਲੈਕਸ਼ਨ ਮੋਡ ਦੇ ਵਿੱਚ ਹੀ ਰਹਿੰਦੇ ਨੇ। ਬਿਲਕੁਲ। ਸਰਕਾਰ ਨੂੰ ਸ਼ਾਇਦ ਇਸ ਵੇਲੇ ਜਿਹੜੀਆਂ 5 ਸਟੇਟਾਂ ਦੇ ਵਿੱਚ ਇਲੈਕਸ਼ਨਾਂ ਆ ਰਹੀਆਂ ਨੇ, ਖਾਸ ਕਰਕੇ ਉਹਨਾਂ ਦਾ ਫੋਕਸ ਜਿਹੜਾ ਬੰਗਾਲ 'ਤੇ ਹੈ। ਬਿਲਕੁਲ। ਔਰ ਕੀ ਹੋਣਾ ਹੈ, ਕਿਸਾਨੀ ਸੰਘਰਸ਼ ਦੀ ਤੁਸੀਂ ਗੱਲ ਕੀਤੀ ਹੈ, ਕਿਸਾਨ ਜਿਹੜੇ ਲੀਡਰ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਉਹ ਵੀ ਸ਼ਾਇਦ ਆਪਣਾ ਜਿਹੜਾ ਫੋਕਸ ਹੈ ਹੁਣ ਜਿਹੜੇ ਇੰਡੀਵਿਜੂਅਲ ਜਗ੍ਹਾ ਨੇ, ਜੈਸੀ ਕਿਉਂਕਿ ਦਿੱਲੀ ਦੇ ਜਿੱਥੇ ਦਿੱਲੀ ਦੇ ਮੋਰਚੇ ਨੇ ਉਹਨਾਂ ਤੋਂ ਬਾਹਰ ਨਿਕਲ ਕੇ ਪਹਿਲੇ ਮਹਾ ਪੰਚਾਇਤਾਂ ਹੋਈਆਂ ਨੇ, ਲੇਕਿਨ ਹੁਣ ਉਹ ਫੋਕਸ ਕਰਨਗੇ ਉਹਨਾਂ ਸਟੇਟਾਂ 'ਤੇ ਜਿੱਥੇ ਇਲੈਕਸ਼ਨ ਹੋ ਰਹੀ ਹੈ। ਸਰਕਾਰ ਦਾ ਫੋਕਸ ਵੀ ਉੱਥੇ ਹੈ, ਕਿਸਾਨਾਂ ਦਾ ਫੋਕਸ ਵੀ ਉੱਥੇ ਹੈ। ਇਹ ਸਮਾਂ ਦੱਸੇਗਾ। ਲੇਕਿਨ ਮੈਂ ਉਮੀਦ ਇਹ ਕਰਦਾ ਕਿ ਸਰਕਾਰ ਕਿਸੇ ਸਿਆਣਪ ਤੋਂ ਕੰਮ ਲਵੇ, ਕਿਸੇ ਤਰੀਕੇ ਨਾਲ ਇਹ ਮਸਲਾ ਜਿਹੜਾ ਇਹ ਨਜਿੱਠਿਆ ਜਾਵੇ ਤਾਂ ਚੰਗੀ ਗੱਲ ਹੈ। ਆਸ ਕਰਦੇ ਹਾਂ ਜੀ ਕਿ ਟਕਰਾਅ ਦੀ ਜਿਹੜੀ ਸਥਿਤੀ ਹੈ ਉਹ ਤੋਂ ਬਿਲਕੁਲ ਜੀ ਕਿਨਾਰਾ ਕਰਨ, ਸਾਰੇ ਸਰਕਾਰ ਵੀ ਕਰੇ, ਕਿਸਾਨ ਵੀ ਕਰਨ, ਬਿਲਕੁਲ, ਔਰ ਪੀਸਫੁਲੀ ਜਿਹੜਾ ਸੋਲੂਸ਼ਨ ਆ ਇਸ ਸਮੱਸਿਆ ਦਾ ਨਿਕਲੇ। ਔਰ ਕਿਸਾਨ ਵੀ ਜਿਹੜੇ ਨੇ ਜੀ ਇੰਨੇ ਲੰਮੇ ਸਮੇਂ ਤੋਂ ਬੈਠੇ ਨੇ, ਆਪੋ ਆਪਣੇ ਘਰੇ ਜਾਣ, ਪਰਿਵਾਰਾਂ ਵਿੱਚ ਜਾਣ, ਬਹੁਤ ਮੁਸ਼ਕਿਲ, ਖੇਤੀਬਾੜੀ ਕਰਨ, ਦੇਸ਼ ਦਾ ਢਿੱਡ ਵੀ ਭਰਨਾ ਵਾ। ਬਿਲਕੁਲ। ਸੋ ਭਾਜੀ ਬਹੁਤ ਵਧੀਆ ਲੱਗਿਆ ਜੀ, ਸਮਾਂ ਕੱਢਿਆ ਤੁਸੀਂ ਆ ਕੇ ਵੱਖ-ਵੱਖ ਮੁੱਦਿਆਂ ਦੇ ਉੱਪਰ ਗੱਲਬਾਤ ਕੀਤੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਬਹੁਤ ਮਿਹਰਬਾਨੀ ਜੀ। ਸੋ ਇਹ ਸਨ ਸਰਦਾਰ ਗੁਰਿੰਦਰ ਸਿੰਘ ਜੀ, ਪੰਜਾਬੀ ਨੈਸ਼ਨਲ ਟੈਲੀਵਿਜ਼ਨ ਦੀ ਟੀਮ ਦੇ ਅਹਿਮ ਮੈਂਬਰ ਹਨ, ਔਰ ਅੱਜ ਵੱਖ-ਵੱਖ ਸਥਾਨਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਉੱਪਰ ਗੱਲਬਾਤ ਕੀਤੀ। ਆਸ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਅਗਲੇ ਐਪੀਸੋਡ ਕੁਝ ਹੋਰ ਨਵੇਂ ਚਿਹਰਿਆਂ ਨਾਲ ਤੁਹਾਡੇ ਸਨਮੁਖ ਪੇਸ਼ ਕਰਾਂਗੇ। ਤਦ ਤੱਕ ਲਈ ਮਨਜੀਤ ਸਿੰਘ ਫਿਰੋਮਾਨ ਨੂੰ ਇੱਥੇ ਹੀ ਦਿਓ ਇਜਾਜ਼ਤ। ਧੰਨਵਾਦ।